ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨੁਭਵ ਪ੍ਰਕਾਸ਼ ਨਿਤੋਜ ਕਹੀਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣੀਜੈ। ਤ੍ਰਿਭਵਨ ਮਹੀਪ ਸੁਰ ਨਰ ਸੁਰ ਨੀਤ ਨੀਤ ਬਣ ਤ੍ਰਿਣ ਕਹਿਤ। ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਗੁਰੂ ਨਾਨਕ ਪਗ ਪੰਕਜ ਬੰਦਨ ਸਿਮਰੋ ਜੀ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ। ਗੁਰ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨ ਕੇ ਨਾਸਕ। ਬਿਘਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਮਤ ਪਰਖੋ ਸ਼ੁਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਨਮੋ ਕਰ ਜੋਰੀ। ਗੁਰੂ ਹਰਿਕ੍ਰਿਸ਼ਨ ਜੀ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮਾ ਕੇਰੋ ਪਾਲਾ। ਸਤਿਗੁਰ ਪਰਮਾ ਕੇਰੋ ਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਦਾ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸ਼ੀਸਾ। ਬੰਦੋਂ ਜੀ ਵਾਰ ਵਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜੈਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਧਾਰ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੁਈਐ ਭਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਂਸ। ਜੇਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ ਸੇ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਆਸਾੜ ਸੁਹੰਦਾ ਤਿਸ ਲੱਗੈ। ਜਿਸ ਮਨ ਹਰ ਚਰਨ ਨਿਵਾਸ। ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਸੋ ਕਹੋ ਟਲ ਗੁਰ ਸੇਵੀਐ ਨਸਹਿ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਉ ਤਾ ਹਰ ਕੇ ਦੁਆਰ। ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਜੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ। ਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਮਤਿ ਸੁਨਤ ਅਸਮੰਗਲ ਨਾਥਾ। ਸੀਖ ਦੇਨ ਬੋਲਿਓ ਸਭ ਸਾਥਾ। ਮਤਿ ਸੁਨਤ ਅਸਮੰਗਲ ਨਾਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਦੀਨ ਦਿਆਲ ਭਗਤ ਵਸ਼ਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਤੇ ਆਪ ਨਿਤ ਮਹਾਂਪੁਰਖਾਂ ਦੀ ਯਾਦ ਚ ਲੜੀਵਾਰ ਕਥਾ ਸਰਵਣ ਕਰਦੇ ਹੋ। ਕੱਲ ਆਪਾਂ ਪੂਰਨਮਾਸੀ ਦਾ ਦਿਹਾੜਾ ਮਨਾਉਣਾ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦਾ ਅਵਤਾਰ ਦਿਹਾੜਾ। ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ। ਨਾਮ ਹੋਏ ਘਰ ਨਹੀਂ ਗਾਓ। ਐਸੇ ਵਿਰਾਗ ਦੇ ਵਿੱਚ ਭਗਤੀ ਕਰਨ ਵਾਲੇ ਕਬੀਰ ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਨੇ ਜੰਜੀਰਾਂ ਬੰਦ ਕਰਕੇ
ਗੰਗਾ ਦੇ ਵਿੱਚ ਸੁੱਟਣਾ ਕੀਤਾ। ਬੜੀਆਂ ਬੜੀਆਂ ਪ੍ਰੀਖਿਆ ਕਬੀਰ ਸਾਹਿਬ ਜੀ ਦੀਆਂ ਲੈਣਾ ਕੀਤੀਆਂ, ਪਰ ਕਬੀਰ ਸਾਹਿਬ ਜੀ ਆਪਦੀ ਭਗਤੀ ਤੇ ਨਿਸਕੰਟਕ ਰਹੇ, ਕਿਸੇ ਪ੍ਰਕਾਰ ਵੀ ਡੋਲੇ ਨਹੀਂ, ਕਿਸੇ ਪ੍ਰਕਾਰ ਵੀ ਭਗਤੀ ਤਿਆਗਣੀ ਨਹੀਂ ਕੀਤੀ। ਜਿਹੜਾ ਭਰਮ ਸੀਗਾ ਪਿਆ ਹੋਇਆ ਕਾਂਛੀ ਦੇ ਲੋਕਾਂ ਦੇ ਵਿੱਚ ਕਿ ਇੱਥੇ ਮਰੂਗਾ ਸਵਰਗਾਂ ਨੂੰ ਜਾਊਗਾ, ਤਾਂ ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਣ ਤਰਾਈ। ਮਨੋ ਕਠੋਰ ਮਰੇ ਬਨਾਰਸ। ਕਬੀਰ ਸਾਹਿਬ ਜੀ ਨੇ ਨਬੇੜਾ ਕਰਤਾ ਸਾਰੀ ਭਗਤੀ ਦਾ ਕਿ ਮਨ ਦਾ ਕਠੋਰ ਬਨਾਰਸ ਚ ਮਰ ਜਾਵੇ, ਅੰਮ੍ਰਿਤਸਰ ਚ ਮਰ ਜਾਵੇ। ਮਨ ਦਾ ਕਠੋਰ, ਜਿਹਦਾ ਮਨ ਹੀ ਕਠੋਰ ਹੈ, ਪਾਠ ਕਰਦਾ ਮਰ ਜਾਵੇ, ਅੰਮ੍ਰਿਤ ਛਕਿਆ ਮਰ ਜਾਵੇ, ਪੰਜ ਪਿਆਰਿਆਂ ਤੋਂ 100 ਵਾਰੀ ਅੰਮ੍ਰਿਤ ਛਕਿਆ ਹੋਵੇ, ਪਰ ਮਨ ਕਠੋਰ ਹੈ। ਜਦੋਂ ਮਨ ਦਾ ਕਠੋਰ, ਉਹਦੀ ਕੋਈ ਮੁਕਤੀ ਨਹੀਂ ਹੈ। 100 ਕਿਰਪਾਲਾਂ ਪਾ ਲਵੇ, 100 ਕੰਘੇ ਟੰਗ ਲਵੇ, 100 ਵਾਰੀ ਕੇਸ ਰੱਖ ਲਵੇ, 100 ਕਸ਼ਹਿਰੇ ਪਾ ਲਵੇ, 100 ਤਰ੍ਹਾਂ ਨਾਲ ਗੁਰਦੁਆਰਿਆਂ ਤੇ ਜਾ ਕੇ ਦਰਸ਼ਨ ਇਸ਼ਨਾਨ ਕਰ ਲਵੇ, ਪਰ ਜੇ ਮਨ ਦਾ ਕਠੋਰ। ਕਾਂਛੀ ਬਾਦ ਸਾਨੂੰ ਸਾਰਿਆਂ ਨੂੰ ਕਿਹਾ, ਸਾਰੇ ਸਥਾਨਾਂ ਬਾਬਤ, ਕਾਂਛੀ ਬਾਬਤ ਨਹੀਂ ਕਿਹਾ। ਕਈ ਸਿੱਖ ਬੜੇ ਹੰਕਾਰ ਦੇ ਵਿੱਚ ਆ ਕੇ ਤੇ ਕਹਿੰਦੇ ਅਸੀਂ ਤਾਂ ਜੀ ਅੰਮ੍ਰਿਤਸਰ ਜਾ ਕੇ ਨਹਾ ਕੇ ਤਰ ਜਾਵਾਂਗੇ। ਕਿਵੇਂ ਤਰ ਜਾਓਗੇ ਜਦੋਂ ਨਾਮ ਨਹੀਂ ਜਪੋਗੇ? ਉੱਪਰੋਂ ਪੱਗ ਬੰਨੀ ਆ, ਦਾੜੀ ਰੱਖੀ ਹੈ, ਜੇਬ ਦੇ ਵਿੱਚ ਪੁੜੀ ਬੀੜੇ ਦੀ, ਕਿਵੇਂ ਤਰ ਜਾਓਗੇ? ਤਰੋਗੇ ਤਾਂ ਉਸੇ ਕਰਮਾਂ ਦੇ ਨਾਲ ਹੀ ਨਾ ਜਿਹੜੇ ਹਰ ਕਾ ਸੰਤ ਮਰੈ ਹੜੰਬੈ। ਜੇ ਉਹ ਗਤੀ ਕਰੋਗੇ, ਉਹ ਕਰਮ ਕਰੋਗੇ, ਉਹ ਨੇਕ ਨਾਮੀ ਕਰੋਗੇ, ਉਹ ਕੀਰਤੀ ਧਾਰਨ ਕਰੋਗੇ, ਫੇਰ ਹੀ ਤਰੋਗੇ। ਤੇ ਜਾਓਗੇ ਉਦਾਂ ਹੀ ਤਰ ਜਾਵਾਂਗੇ ਅੰਮ੍ਰਿਤਸਰ ਜਾ ਕੇ ਜੀ, ਨਹਾ ਕੇ ਉੱਥੇ ਜਾ ਕੇ ਨਹਾ ਲਏ ਤੇ ਪੁੜੀਆਂ ਲਕੋਤੀਆਂ ਬਾਹਰ ਜਰਦੇ ਦੀਆਂ, ਤੇ ਜਦੋਂ ਅੰਮ੍ਰਿਤਸਰ ਚੋਂ ਨਹਾ ਕੇ ਆਏ ਬਾਹਰ ਤੇ ਉੱਥੋਂ ਪੁੜੀਆਂ ਫੇਰ ਤਮਾਕੂ ਦੀਆਂ ਚੱਕ ਲਈਆਂ ਤੇ ਕਹਿੰਦੇ ਅਸੀਂ ਤਰ ਜਾਵਾਂਗੇ। ਕਿਵੇਂ ਤਰ ਜਾਓਗੇ? ਇੱਕ ਭੌ ਲੱਥੀ ਨਾਤਿਆਂ, ਦੋਏ ਭੌ ਚੜੀਏ ਸੋ ਹੋਰ। ਤੁਸੀਂ ਤਾਂ 2 ਭਾਰ ਹੋਰ ਚੜਾ ਲਏ ਉੱਤੇ, ਕਿਵੇਂ ਤਰ ਜਾਓਗੇ? ਪਰ ਕਬੀਰ ਸਾਹਿਬ ਜੀ ਨੇ ਨਿਪਟਾਰਾ ਕਰ ਦਿੱਤਾ ਵੀ ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਣ ਤਰਾਈ। ਜਿਹੜਾ ਭਗਤੀ ਕਰਨ ਵਾਲਾ ਭਾਈ ਹੜੰਬੇ, ਇੱਥੇ ਵੇਦ ਵਿਆਸ ਦਾ ਸ਼ਰਾਪ ਸੀਗਾ ਕਿ ਮਰ ਕਰਕੇ ਗਧਾ ਬਣ ਜਾਊਗਾ, ਸੱਚੀ ਭਗਤੀ ਵਾਲਾ ਤਾਂ ਉੱਥੇ ਵੀ ਤਰ ਸਕਦਾ ਹੈ। ਪਰ ਜਿਹਦੀ ਝੂਠੀ ਭਗਤੀ ਹੈ, ਭਾਵੇਂ ਅੰਮ੍ਰਿਤਸਰ ਦਾ ਹੈੱਡ ਗ੍ਰੰਥੀ ਹੋਵੇ, ਭਾਵੇਂ ਅਕਾਲ ਤਖਤ ਦਾ ਜਥੇਦਾਰ ਹੋਵੇ, ਭਾਵੇਂ ਪੰਜ ਪਿਆਰੇ ਹੋਣ, ਭਾਵੇਂ ਆਪ ਖੁਦ ਗੁਰੂ ਨਾਨਕ ਹੋਵੇ, ਜੇ ਝੂਠੀ ਭਗਤੀ ਹੈ ਤਰ ਨਹੀਂ ਸਕਦਾ, ਕੋਈ ਨਹੀਂ ਤਾਰ ਸਕਦਾ। ਇਹ ਭਰਮ ਸ਼ੰਕਾ ਜਿਹੜਾ ਮਨ ਦੇ ਵਿੱਚੋਂ ਕੱਢ ਦਿਓ, ਕਿਸੇ ਦਾ ਲਿਹਾਜ਼ ਨਹੀਂ ਹੈ, ਕੋਈ ਹੋਵੇ, ਜਥੇਦਾਰ ਹੋਵੇ, ਕੋਈ ਹੋਵੇ। ਜੇ ਝੂਠੀ ਭਗਤੀ ਹੈ ਤਾਂ ਫੇਰ ਨਹੀਂ ਤਰ ਸਕਦਾ। ਜੇ ਕਹੇ ਅੰਮ੍ਰਿਤ ਛਕ ਕੇ ਤਰਜੂ, ਮੈਂ ਗਾਤਰਾ ਪਾ ਕੇ ਤਰਜੂ, ਨਹੀਂ ਤਰ ਸਕਦਾ। ਜੇ ਕਹੇ ਮੈਂ ਪਖੰਡ ਦੇ ਵਿੱਚ 5 ਬਾਣੀਆਂ ਪੜ੍ਹ ਕੇ ਤਰਜੂ, ਨਹੀਂ ਤਰ ਸਕਦਾ। ਪਰ ਸੱਚੀ ਭਗਤੀ ਧਾਰਨ ਕਰਨੀ ਪਊਗੀ। ਜਦੋਂ ਸੱਚੀ ਭਗਤੀ ਧਾਰਨ ਕਰੋਗੇ, ਪਖੰਡ ਛੱਡ ਦਿਓਗੇ, ਸਾਰੇ ਵਿਕਾਰ ਨਾਸ ਹੋ ਜਾਣਗੇ, ਲੋਭ ਲਾਲਚ ਨਾਸ ਹੋ ਜਾਊਗਾ, ਕੁੜੀਆਂ ਮੁੰਡਿਆਂ ਦਾ ਪਿਆਰ ਪ੍ਰੇਮ ਨਸ਼ਟ ਹੋ ਜਾਊਗਾ। ਤੇ ਫੇਰ ਸਾਧ ਸੰਗਤ ਜੀ ਕਹਿੰਦੇ ਕੋਈ ਨਾ ਕੋਈ ਵੀ ਹੋਵੇ, ਕੋਈ ਜਾਤ ਪਾਤ ਨਹੀਂ ਦੇ, ਕੋਈ ਨਹੀਂ ਅੰਮ੍ਰਿਤ ਛਕਿਆ ਤੇ ਭਾਵੇਂ ਨਹੀਂ ਛਕਿਆ ਫੇਰ ਤਰ ਜਾਊਗਾ। ਪਰ ਜੇ ਕਹੇ ਤੇ ਹੁਣ ਪਖੰਡ ਦੇ ਨਾਲ ਅੰਮ੍ਰਿਤ ਵੀ 4 ਵਾਰੀ ਛਕੀ ਫਿਰਦਾ, ਪਖੰਡ ਵੀ ਨਹੀਂ ਛੱਡਦਾ, ਫੇਰ ਨਹੀਂ ਤਰ ਸਕਦਾ। ਉਹ ਕਬੀਰ ਸਾਹਿਬ ਜੀ ਦਾ ਜੀਵਨ ਆਪਾਂ ਕੱਲ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਇਹ ਕਬੀਰ ਸਾਹਿਬ ਜੀ ਦੇ ਐਸੇ ਸਿਧਾਂਤਕ ਜਿਹੜੇ ਸ਼ਲੋਕ ਨੇ, ਕਬੀਰ ਸਾਹਿਬ ਜੀ ਦੀ ਐਸੀ ਕ੍ਰਾਂਤੀਕਾਰੀ ਜਿਹੜੀ ਬਾਣੀ ਹੈ। ਫਿਰ ਕਹਿੰਦੇ ਅਸਾੜ ਤਪੰਦਾ ਤਿਸ ਲੱਗੈ। ਹੁਣ ਸੰਗਰਾਂਦ ਪਹਿਲਾਂ ਆਉਂਦੀ ਹੁੰਦੀ ਆ ਪੂਰਨਮਾਸੀ ਤੋਂ, ਕਈ ਵਾਰ ਪੂਰਨਮਾਸੀ ਦੇ ਨਾਲ ਤੇ ਇੱਕ ਦਿਨ ਵੀ ਆ ਜਾਂਦੀ ਹੈ ਤੇ ਇੱਕ ਦਿਨ ਪਿੱਛੇ ਵੀ ਆ ਜਾਂਦੀ ਹੈ ਕਦੇ ਕਦੇ ਸਾਲ ਦੇ ਵਿੱਚ, ਪਰ ਨਹੀਂ 2-4 ਦਿਨ ਸੰਗਰਾਂਦ ਹੈ ਜਿਹੜੀ ਪਹਿਲਾਂ ਆਉਂਦੀ ਹੈ। ਉਹਨਾਂ ਨੂੰ ਤਪਦਾ ਲੱਗਦਾ, ਕਹਿੰਦੇ ਹੁਣ ਕਿੰਨਾ ਟੈਂਪਰੇਚਰ ਹੈ, ਕਿੰਨੀ। ਅੱਜ ਮੈਂ ਕਿਤਾਬਾਂ ਲੈਣ ਚਲਿਆ ਗਿਆ, ਮੇਰਾ ਜਾਣ ਦਾ ਮਨ ਨਹੀਂ ਸੀ, ਕੱਲ ਵੀ ਮਨ ਨਹੀਂ ਸੀ। ਮੈਨੂੰ ਪਤਾ ਸੀ ਵੀ ਉੱਥੇ ਮੈਂ ਖੱਜਲ ਖਵਾਰ ਇੰਨਾ ਹੋਊਂਗਾ, ਘੰਟਾ ਘਰ ਦੀ ਤਪਸ਼, ਕਿੰਨਾ ਉੱਥੇ ਧੂਆਂ, ਤੇ ਨਾ ਕੁਝ ਖਾ ਸਕੇ ਨਾ ਕੁਝ ਪੀ ਸਕੇ, ਤੇ ਬਹੁਤ ਔਖਾ। ਇੱਥੋਂ ਤਾਂ ਲੱਗੂ ਅੱਧਾ ਘੰਟਾ ਜਾਣ ਨੂੰ, ਉੱਥੇ ਜਾ ਕੇ ਜਿਹੜੀ ਖੱਜਲ ਖਵਾਰੀ ਹੁੰਦੀ ਹੈ ਨਾ,
ਉਹ ਸਾਧ ਸੰਗਤ ਜੀ 3 ਘੰਟੇ 3.5 ਘੰਟੇ ਖੱਜਲ ਖਵਾਰੀ ਧੁੱਪ ਦੇ ਵਿੱਚ ਜਿਹੜੀ ਹੁੰਦੀ ਹੈ ਤੇ ਉਹ ਝੱਲਣੀ ਔਖੀ ਹੋ ਜਾਂਦੀ ਹੈ। ਸੋ ਜਾ ਕਰਕੇ ਬੜੀ ਖੱਜਲ ਖਵਾਰੀ, ਫਿਰ ਲੈ ਕਰਕੇ ਮੁੜ ਕਰਕੇ ਸਵੇਰੇ 9 ਵਜੇ ਦੇ ਗਏ, ਫਿਰ ਸ਼ਾਮ ਨੂੰ 2 ਵਜੇ ਤੱਕ 1:30 ਵਜੇ ਤੱਕ। ਪਰ ਜਿਹੜੀ ਚੀਜ਼ ਲੈਣ ਗਏ ਸੀ ਉਹ ਕਹਿੰਦੇ ਸਾਡੇ ਕੋਲ ਉਪਲਬਧ ਨਹੀਂ ਹੈ। ਇੱਕ ਗ੍ਰੰਥੀ ਗਿਆਨੀ ਨੰਦ ਸਿੰਘ ਜੀ ਹੋਏ ਆ ਪਟਿਆਲੇ ਦੇ। ਉਹਨਾਂ ਨੇ 1930 ਤੋਂ 1936 ਤੱਕ ਦਾ ਗੁਰ ਇਤਿਹਾਸ ਸਾਈਕਲ ਤੇ ਯਾਤਰਾ ਕਰਕੇ ਲਿਖਿਆ। 5-6 ਸਾਲਾਂ ਚ ਜਿੰਨਾ ਉਹਨਾਂ ਤੋਂ ਰਿਕਵਰ ਹੋਇਆ ਸਾਈਕਲ ਤੇ, ਪਟਿਆਲਾ ਰਿਆਸਤ ਦੇ ਸੂਬੇਦਾਰ ਸਨ ਉਹ। ਪਰ ਬਾਅਦ ਚ ਉਹਨਾਂ ਨੇ ਛੱਡ ਕੇ ਰਾਜੇ ਨੂੰ ਕਹਿਣ ਲੱਗੇ ਵੀ ਤੂੰ ਖਰਚਾ ਦੇ ਸਕਦਾ ਦੇ, ਨਹੀਂ ਦੇਵੇਂਗਾ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਡਿਊਟੀ ਛੱਡੀ, ਅਸੀਂ ਤਾਂ ਗੁਰ ਇਤਿਹਾਸ ਲਿਖਣਾ ਹੈ। ਸਾਈਕਲ ਤੇ ਜਾ ਕੇ ਫਿਰ ਰਾਜੇ ਨੇ ਬਾਅਦ ਚ ਉਹਨਾਂ ਨੂੰ ਸਾਰਾ ਖਰਚਾ ਪਾਣੀ ਦਿੱਤਾ। ਪਹਿਲਾਂ ਤਾਂ ਕਹਿੰਦਾ ਡਿਊਟੀ ਛੱਡਦੇ ਹੋ, ਨਾਰਾਜ਼ ਹੋ ਗਿਆ। ਉਹ ਕਹਿੰਦੇ ਹੁਣ ਅਸੀਂ ਇਤਿਹਾਸ ਲਿਖਣਾ ਹੈ, ਡਿਊਟੀ ਤੇਰੀ ਕਰਕੇ ਇੱਥੇ ਕਿੱਲੇ ਚ ਵੱਜ ਕੇ ਦੱਸ ਕੀ ਕਰੀਏ, ਰੋਜ਼ 12 ਰੁਪਏ, ਰੋਜ਼ ਦੇ 12 ਰੁਪਈਆਂ ਬਾਬਤ ਇੱਥੇ ਵੱਜੇ ਬੈਠੇ ਆ। ਬਾਹਰ ਜਾਵਾਂਗੇ ਸੰਗਤਾਂ ਨੂੰ ਮਿਲਾਂਗੇ, 100 ਨੂੰ ਮਿਲਾਂਗੇ, 100 ਨਾਲ ਸਹਿਚਾਰ ਹੋਊਗਾ। ਇੱਥੇ ਤਾਂ ਹੁਣ ਤੇਰੀ ਸੰਗਤ ਹੈ, ਸਾਨੂੰ ਤਾਂ ਕੋਈ ਨਹੀਂ ਬੁਲਾਉਂਦਾ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ। ਤੇਰੀ ਸੰਗਤ ਹੈ, ਤੇਰੇ ਕੋਲ ਆਉਂਦੇ ਆ, ਤੇਰੇ ਕੋਲ ਝੁਕਦੇ ਆ, ਤੇਰੇ ਕੋਲ ਆ ਕੇ ਸਾਡਾ ਤਾਂ ਕੁਛ ਨਹੀਂ ਇੱਥੇ ਵੱਟੀ ਦਾ ਵੀ 2 ਰੁਪਏ 4 ਰੁਪਏ ਵੱਧ ਵੱਟੇ ਜਾਂਦੇ। ਹੁਣ ਅਸੀਂ ਤਾਂ ਕਿੱਲੇ ਤੇ ਵੱਜੇ ਆ 12 ਰੁਪਈਆਂ ਤੇ, ਛੜਤੀ ਡਿਊਟੀ। ਕਹਿੰਦੇ ਅਸੀਂ ਨਹੀਂ ਕਰਦੇ 12 ਰੁਪਈਆਂ ਤੇ। ਮੁੜ ਕੇ ਰਾਜੇ ਨੇ ਉਹਨਾਂ ਨੂੰ ਵਜ਼ੀਫਾ ਲਾਇਆ। ਉਹਨਾਂ ਨੇ ਸਾਰੇ ਗੁਰ ਇਤਿਹਾਸਾਂ ਦੀ ਜਿਹੜੀ ਹੈ ਨਾ, ਜਿਹੜੇ ਅਲੋਪ ਹੋਏ ਪਏ ਸੀ, ਤੇ ਉਹਨਾਂ ਦਾ ਜਾ ਕੇ ਵੇਰਵਾ ਉਸ ਵੇਲੇ ਤੇ ਕੈਮਰੇ ਨਾਲ, ਲੱਕੜ ਦੇ ਕੈਮਰੇ ਹੁੰਦੇ ਸੀ 1930-36 ਚ, ਬਲੈਕ ਐਂਡ ਵਾਈਟ, ਤੇ ਮੁੜ ਕੇ ਉਹਨਾਂ ਦੇ ਨੈਗੇਟਿਵ ਧਵਾਉਣੇ ਪੈਂਦੇ ਸੀ। ਉਹਨਾਂ ਦੁਆਰਾ ਫੋਟੋਆਂ ਖਿੱਚ ਕੇ ਜਿਹੜੇ ਸਥਾਨ ਅਲੋਪ ਹੋ ਰਹੇ ਸੀ, ਜਾਂ ਲੋਕਾਂ ਨੇ ਜਿਹੜੀਆਂ ਜ਼ਮੀਨਾਂ ਨੱਪ ਲਈਆਂ, ਜਾਂ ਜਿਹੜੇ ਸਥਾਨ ਲੋਕਾਂ ਨੇ ਅਲੋਪ ਕਰਤੇ, ਉਹਨਾਂ ਦਾ ਉਹਨਾਂ ਨੇ ਸਾਰਾ ਜਿਹੜਾ ਗੁਰਧਾਮ ਦਰਸ਼ਨ ਸੰਗ੍ਰਹਿ ਦੇ ਵਿੱਚ ਲਿਖਣਾ ਕੀਤਾ। ਉਸ ਤੋਂ ਪਹਿਲਾਂ ਗਿਆਨੀ ਗਿਆਨ ਸਿੰਘ ਜੀ ਨੇ ਗੁਰਧਾਮ ਦਰਸ਼ਨ ਸੰਗ੍ਰਹਿ ਦੇ ਵਿੱਚ ਲਿਖਣਾ ਕੀਤਾ ਸੀਗਾ। ਇਹ ਦੋਵੇਂ ਪੁਸਤਕਾਂ ਦੁਰਲੱਭ ਨੇ ਸਾਧ ਸੰਗਤ ਜੀ, ਮਿਲਦੀਆਂ ਨਹੀਂ। ਕਿਉਂ? ਕਿਉਂਕਿ ਕਾਂਗਰਸ ਤੇ ਅਕਾਲੀਆਂ ਦੇ ਰਿਸ਼ਤੇਦਾਰਾਂ ਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨੱਪ ਲਈਆਂ, ਗੁਰਦੁਆਰਿਆਂ ਦੇ ਥਾਂ ਨੱਪ ਲਏ, ਗੁਰਦੁਆਰਿਆਂ ਦੀਆਂ ਦੁਕਾਨਾਂ ਤੇ ਕਬਜ਼ਾ ਕਰ ਲਿਆ, ਗੁਰਦੁਆਰਿਆਂ ਦੀਆਂ ਮਾਰਕੀਟਾਂ ਤੇ ਕਬਜ਼ਾ ਕਰ ਲਿਆ, ਗੁਰਦੁਆਰਿਆਂ ਦੇ ਪ੍ਰਬੰਧਾਂ ਤੇ ਕਬਜ਼ਾ ਕਰ ਲਿਆ। ਉਹਨਾਂ ਨੇ ਉਹ ਪੁਸਤਕਾਂ ਹੀ ਜਿਹੜੀਆਂ ਅਸਤ ਵਿਅਸਤ ਅਲੋਪ ਕਰਤੀਆਂ। ਕਹਿੰਦੇ ਹੁਣ ਨਾ ਛਾਪਿਓ, ਕਿਸੇ ਹੋਰ ਸਿੱਖ ਨੂੰ ਪਤਾ ਨਾ ਲੱਗ ਜਾਵੇ ਵੀ ਕਿੱਥੇ ਕਿੰਨੇ ਕਿਹੜੇ ਗੁਰਦੁਆਰੇ ਦੀ ਕਿੰਨੀ ਜ਼ਮੀਨ ਹੈ, ਕਿਹਨੇ ਲਵਾਈ ਹੈ, ਕਿਵੇਂ ਹੈ। ਇਹ ਵੇਰਵਾ ਹੀ ਖਤਮ ਕਰ ਦਿਓ, ਇਹ ਵੇਰਵਾ ਖਤਮ ਕਰ ਦਿਓ। ਕਿਹਨੇ ਲਵਾਈ, ਕਿੰਨੀ ਹੈ, ਕਿੰਨੀ ਬਹਿਕ ਹੈ, ਕਿੰਨੀ ਨਹੀਂ ਬਹਿਕ, ਕਿਹੜਾ ਖੂਹ ਹੈ, ਇਹ ਵੇਰਵਾ ਖਤਮ ਕਰ ਦਿਓ। ਪਰ ਜਦੋਂ ਕੋਈ ਪੁਰਾਣੀ ਕਾਪੀ ਇਹਨਾਂ ਗ੍ਰੰਥਾਂ ਦੀ ਲੱਭ ਜਾਂਦੀ ਹੈ ਨਾ, ਤਾਂ ਫਿਰ ਇਹਨਾਂ ਲੋਕਾਂ ਤੇ ਬੜਾ ਗੁੱਸਾ ਆਉਂਦਾ ਵੀ ਸਾਰਿਆਂ ਨੂੰ AK-47 ਲੈ ਕੇ ਮਾਰਨਾ ਸ਼ੁਰੂ ਕਰ ਦਈਏ। ਇੰਨੇ ਦੁਸ਼ਟ, ਇੰਨੇ ਪਾਪੀ, ਇੰਨੇ ਕੁੱਤੇ ਲੋਕ, ਜਿਨ੍ਹਾਂ ਨੇ ਸਾਰੇ ਗੁਰੂ ਘਰਾਂ ਨੂੰ ਲਵਾਈਆਂ ਹੋਈਆਂ ਜ਼ਮੀਨਾਂ, ਜਾਇਦਾਦਾਂ ਤੇ ਸੰਪਤੀਆਂ ਨੂੰ ਇਸ ਤਰ੍ਹਾਂ ਆਪਣੇ ਢਿੱਡ ਦੇ ਵਿੱਚ ਗਵਨ ਕਰ ਲਿਆ। ਪਰ ਲੱਭਦੀਆਂ ਨਹੀਂ, ਹੁਣ ਪਤਾ ਨਹੀਂ ਲੱਗਦਾ। ਉਹ ਗ੍ਰੰਥਾਂ ਨੂੰ ਲੈਣ ਵਾਸਤੇ ਦਾਸ ਗਿਆ ਸੀ, ਪਰ ਉਹ ਉਪਲਬਧ ਨਹੀਂ ਹੋਏ, ਮਿਲੇ ਨਹੀਂ। ਉਹਨਾਂ ਨੇ ਮੈਨੂੰ ਟਾਈਮ ਦੇਤਾ, ਪਹਿਲਾਂ ਵੀ ਟਾਈਮ ਦਿੱਤਾ ਸੀ, ਹੁਣ ਫੇਰ ਟਾਈਮ ਦੇਤਾ। ਪਰ ਜਿਹੜੇ ਮੈਨੂੰ ਨਹੀਂ ਚਾਹੀਦੇ ਸੀ ਉਹ ਮਿਲ ਗਏ। ਉਹਨਾਂ 'ਚ ਥੋੜਾ ਥੋੜਾ ਵੇਰਵਾ ਹੈ, ਕਿਉਂਕਿ ਜਿਹੜੇ ਨਹੀਂ ਚਾਹੀਦੇ ਸੀ, ਜਿਨ੍ਹਾਂ 'ਚ ਥੋੜਾ ਥੋੜਾ ਵੇਰਵਾ ਹੈ, ਉਹ ਥੋੜੇ ਥੋੜੇ ਵੇਰਵੇ ਵਾਲੇ ਅੱਜ ਦੇ ਪ੍ਰੋਫੈਸਰਾਂ ਦੇ ਇਹਨਾਂ ਲੋਕਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਲਿਖਾਏ ਆ। ਕਿਸੇ ਨੂੰ 5 ਲੱਖ ਦੇਤਾ, ਕਿਸੇ ਨੂੰ 10 ਲੱਖ ਦੇਤਾ, ਵੀ ਬਾਬਾ ਬਸ ਸਾਡੀ ਉਸਤਤ ਇਹਦੇ ਵਿੱਚ ਪਾ ਦੇ, ਤੇ ਆ ਪਿਛਲਾ ਰਿਕਾਰਡ ਹੈ ਜਿਹੜਾ ਚੱਕ ਦੇ, ਪਿਛਲੇ ਰਿਕਾਰਡ ਨੂੰ ਕਾਲੀ ਕਲਮ ਫੇਰ ਦੇ, ਤੇ ਇਹ ਨਾ ਪਤਾ ਲੱਗੇ ਕਿਸੇ ਨੂੰ ਵੀ ਕਿਵੇਂ ਸੀ। ਨਵਾਂ ਰਿਕਾਰਡ ਸ਼ੁਰੂ ਕਰ ਦੇ ਤੂੰ, ਬਸ ਬਾਦਲ ਤੋਂ, ਕੈਪਟਨ ਤੋਂ, ਲੌਂਗੋਵਾਲ ਤੋਂ, ਬਰਨਾਲੇ ਤੋਂ, ਇੱਥੋਂ ਨਵਾਂ ਬਈ ਇਹੀ ਦਾਨੀ ਹੋਏ, ਇਹੀ ਪੁੰਨੀ ਹੋਏ, ਇਹੀ ਬਸ ਵੱਡੇ ਹੋਏ, ਇਹਨਾਂ ਨੇ ਕੀਤਾ, ਇਹੀ ਸਾਰੇ ਧਰਮਾਤਮਾ ਨੇ, ਇਹੀ ਪੰਥ ਨੂੰ ਸੰਭਾਲਣਗੇ, ਇਹੀ ਪੰਥ ਦੇ ਜ਼ਿੰਮੇਵਾਰ ਨੇ, ਬਸ ਆਹ ਲਿਖ ਦਿਓ, ਆਹ ਪਾ ਦਿਓ, ਆਹ ਸਾਰਿਆਂ ਨੇ ਇਹੀ ਕਰਨਾ ਕੀਤਾ। ਨਵੀਆਂ ਕਿਤਾਬਾਂ ਦੇ ਵਿੱਚ, ਨਵੀਂ ਲਿਖਤ ਦੇ ਵਿੱਚ ਪੁਰਾਣਾ ਸਾਰਾ ਨਸ਼ਟ ਕਰਕੇ। ਪਰ ਜਦੋਂ ਜਿਹੜੇ ਪੁਰਾਣੇ ਖੋਜਣ ਵਾਲੇ ਹੁੰਦੇ ਆ, ਉਹਨਾਂ ਨੂੰ ਕੱਢ ਲੈਂਦੇ ਹੁੰਦੇ ਆ, ਜਾ ਕੇ ਖੂਹ ਦੇ ਵਿੱਚੋਂ ਇੱਟਾਂ ਵੀ ਕੱਢ ਲੈਂਦੇ ਹੁੰਦੇ ਆ, ਕੱਢ ਲੈਂਦੇ ਹੁੰਦੇ ਆ ਉਹ ਜਾ ਕਰਕੇ। ਰਿਕਾਰਡ ਖਤਮ ਨਹੀਂ ਹੁੰਦਾ, ਪਰ ਖੋਜਣਾ ਪੈਂਦਾ, ਉੱਤੇ ਟਾਈਮ ਲੱਗਦਾ, ਪੈਸਾ ਖਰਚ ਆਉਂਦਾ।
ਘਰੇ ਬੈਠਿਆਂ ਨੂੰ ਮੁਫਤੋਂ ਮੁਫਤ ਨਹੀਂ ਕੁਛ ਮਿਲਦਾ, ਪਰ ਉਹ ਤੇ ਪੈਸਾ ਲੱਗਦਾ, ਟਾਈਮ ਖਰਚ ਆਉਂਦਾ, ਸਹੂਲਤ ਦੇਣੀ ਪੈਂਦੀ ਹੈ। ਮੈਂ ਜਾ ਕੇ ਇਕੱਲਾ ਜਾ ਕੇ ਉੱਥੇ ਕਿੱਥੇ ਖੋਜ ਕਰਕੇ ਕੱਢ ਦਊਂਗਾ? ਜਿਹਦੀ 15,000 ਤਨਖਾਹ ਹੋਵੇ ਜਾਂ ਖੋਜ ਤੇ ਲੱਗਦਾ ਹੋਵੇ 2 ਲੱਖ, ਮੈਂ ਕਿੱਥੋਂ ਖੋਜ ਕਰ ਦਊਂਗਾ? ਇਹ ਤਾਂ ਤੁਹਾਨੂੰ ਝੱਲਣਾ ਪਊ, ਸੰਪਰਦਾਇ ਨੂੰ ਝੱਲਣਾ ਪਊ ਖਰਚਾ, ਫਿਰ ਜਾ ਕੇ ਖੋਜ ਹੋਊਗੀ, ਫਿਰ ਲਿਖਿਆ ਜਾਊਗਾ, ਫਿਰ ਉਹ ਰਿਕਾਰਡ ਕਿਤਾਬਾਂ ਕੱਢੀਆਂ ਜਾਣਗੀਆਂ, ਫਿਰ ਉਹਨਾਂ ਪਟਵਾਰੀਆਂ ਤਹਿਸੀਲਦਾਰਾਂ ਨੂੰ ਅੰਬਾਲੇ ਆਦ ਤੋਂ ਉਰਦੂ ਦਾ ਰਿਕਾਰਡ ਕਢਾਉਣਾ, ਫਿਰ ਉਹਦਾ ਪੰਜਾਬੀ ਤਰਜਮਾ, ਤੇ ਫਿਰ ਜਾ ਕੇ ਉਹ ਜਿਹੜਾ ਪਤਾ ਲੱਗਦਾ। ਜਿਉਂ ਹੀ ਕਹਿ ਦਈਏ ਐਵੇਂ ਗੋਲੀ ਵੱਟ ਕੇ ਸਿੱਟ ਦਿੱਤੀ, ਰੁਪਈਆ ਇੱਕ ਨਹੀਂ ਖਰਚਣਾ, ਤੇ ਮੁੜ ਕੇ ਕਹਿ ਦੇਣਾ ਜੀ ਇੱਥੇ ਸਾਨੂੰ ਲਿਆ ਕੇ ਦੇ ਦਿਓ ਜੀ ਰਿਕਾਰਡ। ਰਿਕਾਰਡ ਕਿੱਥੋਂ ਮਿਲਣਾ? ਰੁਪਈਏ ਖਰਚੋ, ਟਾਈਮ ਦੇਣਾ ਪਊਗਾ, ਗੱਡੀਆਂ ਵੀ ਦੇਣੀਆਂ ਪੈਣਗੀਆਂ, ਸਮਾਂ ਵੀ ਵੇਸਟ, ਟਾਈਮ ਵੀ ਇੰਤਜ਼ਾਰ ਕਰਨਾ ਪਊਗਾ, ਫਿਰ ਜਾ ਕੇ ਉਹ ਰਿਕਾਰਡ ਨੇ ਜਿਹੜੇ ਉਹ ਸਾਨੂੰ ਉਪਲਬਧ ਹੋਣਗੇ, ਮਿਲਣਗੇ। ਐਵੇਂ ਬੈਠਿਆਂ ਉਪਲਬਧ ਨਹੀਂ ਹੁੰਦੇ। ਤੁਸੀਂ ਭਗਤੀ ਨਾਲ ਕਰ ਲਓ ਉਪਲਬਧ, ਅੰਦਰ ਬਹਿ ਜਾਓ ਭੋਰਿਆਂ ਦੇ ਤੇ ਵਾਹਿਗੁਰੂ ਵਾਹਿਗੁਰੂ ਜੱਪੀ ਚੱਲੋ 2-3 ਸਾਲ, ਤੇ ਕੀ ਪਤਾ ਅੰਦਰ ਹੀ ਬੈਠਿਆਂ ਨੂੰ ਪਤਾ ਲੱਗ ਜਾਵੇ ਬਿਨਾਂ ਕਿਸੇ ਲਿਖਤ ਤੋਂ। ਅੰਦਰ ਹੀ ਮਹਾਰਾਜ ਸੁਪਨੇ 'ਚ ਦਿਖਾ ਦੇਵੇ, ਕਿਸੇ ਲਿਖਤ ਤੋਂ ਪਤਾ ਲੱਗ ਜਾਵੇ, ਬਿਨਾਂ ਲਿਖਤ ਤੋਂ ਵੀ ਇੱਥੇ ਐ ਹੋਇਆ ਆ ਹੋਇਆ। ਕਿਤੇ ਨਵਾਂ ਲਿਖਦੇ ਹੋ ਤੁਸੀਂ, ਭਗਤੀ ਕਰ ਲਓ ਜਾਂ ਤਾਂ, ਤੇ ਜਾਂ ਫਿਰ ਰੁਪਈਆ ਖਰਚਣਾ ਪਊਗਾ ਉਹਦੇ ਤੇ, ਫਿਰ ਉਹ ਉਪਲਬਧ ਹੁੰਦਾ ਹੈ। ਸੋ ਉਹਦੇ 'ਚ ਬੜੀ ਖੱਜਲ ਖੁਆਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਨੂੰ ਤਪਦਾ, ਤਪਸ਼ਵਾਨ ਤਪੰਦਾ, ਇੰਨਾ ਟੈਂਪਰੇਚਰ ਤਪਦਾ ਜਿਹੜਾ ਰੱਖਦਾ ਨਾ, ਜਿਨ੍ਹਾਂ ਦੇ ਲਾਲਚ ਬਿਰਤੀ ਆ ਉਹਨਾਂ ਦੇ ਕਹਿੰਦੇ ਤਪਦਾ ਹੀ ਰਹਿੰਦਾ। ਆਸਾੜ ਤਪੰਦਾ ਤਿਸ ਲੱਗਾ, ਉਹਨਾਂ ਨੂੰ ਤਪਦਾ ਹੀ ਲੱਗਦਾ ਰਹਿੰਦਾ। ਹਾੜ ਦਾ ਮਹੀਨਾ ਹਰ ਨਾਹ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਮਾਲਕ ਨਹੀਂ ਹੈ, ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਹੈ, ਉਹ ਤਪਦੇ ਹੀ ਰਹਿੰਦੇ ਆ, ਤਪਦੇ ਹੀ ਰਹਿੰਦੇ ਆ। ਜਿਨ੍ਹਾਂ ਦੇ ਕੋਲ ਆ ਦੇਖੋ ਨਾ, ਆ ਦੁਨੀਆ ਕਿੰਨੀ ਸੜਕਾਂ ਤੇ ਪਈ ਆ, ਕਿੰਨੀ ਆਹ ਮੋਟਰਾਂ ਤੇ ਪਈ ਆ, ਕਿੰਨੀ ਬਿਨਾਂ ਬਿਜਲੀ ਤੋਂ, ਬਿਨਾਂ ਪੱਖਿਆਂ ਤੋਂ, ਬਿਨਾਂ ਕੂਲਰ। ਆਪਾਂ ਨੂੰ ਤਾਂ ਜੇ ਕੂਲਰ ਮਿਲ ਗਏ, ਏਸੀ ਮਿਲ ਗਈ, ਕਿਸੇ ਨੂੰ ਪੱਖਾ ਵੀ ਨਹੀਂ ਮਿਲਦਾ। ਮੈਂ ਤਾਂ ਹੈਰਾਨ ਆ ਵੀ ਇੰਨੇ ਟੈਂਪਰੇਚਰ ਦੇ ਵਿੱਚ ਬਿਨਾਂ ਪੱਖਿਆਂ ਤੋਂ ਦੁਨੀਆ ਕੱਟ ਰਹੀ ਹੈ, ਬਿਨਾਂ ਪੱਖਿਆਂ ਤੋਂ, ਬਿਨਾਂ ਬਿਜਲੀ ਤੋਂ। ਸਾਡਾ ਤਾਂ 1 ਮਿੰਟ ਨਹੀਂ ਕੱਟਿਆ ਜਾਂਦਾ। ਕੂਲਰ ਚਾਹੀਦੇ ਆ, ਏਸੀ ਚਾਹੀਦੇ ਆ, ਫਿਰ ਕਿਤੇ ਜਾ ਕੇ ਸਾਨੂੰ ਸਾਹ 'ਚ ਸਾਹ, ਸੁਰਤ 'ਚ ਸੁਰਤ ਆਉਂਦੀ ਆ ਵੀ ਅਸੀਂ ਬੋਲਣਾ ਕੀ ਆ, ਅਸੀਂ ਪੜ੍ਹਨਾ ਕੀ ਆ। ਤੇ ਬਿਨਾਂ ਪੱਖਿਆਂ ਤੋਂ, ਬਿਨਾਂ ਬਿਜਲੀ ਤੋਂ, ਬਿਨਾਂ ਕੂਲਰਾਂ ਤੋਂ ਦੁਨੀਆ ਕਰਬਲ ਕਰਬਲ ਕਰਦੀ। ਕਹਿੰਦੇ ਉਹਨਾਂ ਨੂੰ ਤਪਦਾ ਲੱਗਦਾ ਭਾਈ ਬਹੁਤ। ਕਈਆਂ ਨੂੰ ਤਾਂ ਪਤਾ ਲੱਗਦਾ ਹੀ ਨਹੀਂ, ਉਦਾਂ ਹੀ ਪਏ ਆ, ਰੋਡਾਂ ਤੇ ਪਏ ਆ, ਸੜਕਾਂ ਤੇ ਪਏ, ਸੜਕਾਂ ਬਣਾਈ ਜਾਂਦੇ ਆ, ਧਰਨਿਆਂ ਤੇ ਬੈਠੇ, ਤੱਤੀਆਂ ਸੜਕਾਂ ਤੇ ਬੈਠੇ ਆ। ਮੈਂ ਅੱਜ ਗਿਆ, ਜਦੋਂ ਮੈਂ ਟੈਂਪੂ ਤੇ ਬੈਠਾ ਲੁਧਿਆਣੇ ਉਤਰ ਕੇ ਬੱਸ ਤੇ, ਇੱਕ ਮਾਈ ਆ ਗਈ, ਮੈਨੂੰ ਕਹਿੰਦੀ ਪਰੇ ਨੂੰ ਹੋਈ। ਮੈਂ ਕਿਹਾ ਪਰੇ ਨੂੰ ਮੈਂ ਕਿਉਂ ਹੋਵਾਂ, ਇਧਰਲੇ ਪਾਸੇ ਸੀਟ ਤੱਤੀ ਤਪੀ ਪਈ ਆ, ਤੂੰ ਬੈਠ ਇਹਦੇ ਤੇ। ਮੈਂ ਕਿਉਂ ਬੈਠਾ ਇਹਦੇ ਤੇ? ਮੈਂ ਕਿਹਾ ਮੈਂ ਤਾਂ ਠੰਡੀ ਸੀਟ ਤੇ ਬੈਠਾ, ਮੈਂ ਤੱਤੀ ਤੇ ਕਿਉਂ ਬੈਠਾ? ਮੁੜ ਕੇ ਕਹਿੰਦੀ ਇੱਧਰ ਤੱਤੀ। ਮੈਂ ਕਿਹਾ ਮੈਂ ਤਾਂ ਪਹਿਲਾਂ ਬੈਠਾ ਠੰਡੀ ਤੇ। ਫਿਰ ਇੱਕ ਨੌਜਵਾਨ ਆ ਗਿਆ, ਮੈਂ ਕਿਹਾ ਯਾਰ ਤੂੰ ਬਹਿ ਤੱਤੀ ਤੇ। ਕਹਿੰਦਾ ਮੈਂ ਵੀ ਨਹੀਂ ਬਹਿ ਸਕਦਾ ਤੱਤੀ ਤੇ। ਮੈਂ ਕਿਹਾ ਫਿਰ ਇਹੀ ਤਾਂ ਗੱਲ ਹੈ, ਆਸਾੜ ਤਪੰਦਾ ਤਿਸ ਲੱਗੇ। ਮੈਂ ਕਿਹਾ ਮੈਂ ਤਾਂ ਠੰਡੀ ਤੇ ਬੈਠਾ ਪਹਿਲਾਂ, ਤੁਸੀਂ ਦੋਵੇਂ ਜਾਣੇ ਆ ਕੇ ਮੈਨੂੰ ਕਹਿੰਦੇ ਹੋ ਇੱਧਰ ਨੂੰ ਹੋ ਜਾ, ਠੰਡੀ ਤੋਂ ਉੱਠ ਖੜ, ਤੇ ਅਸੀਂ ਠੰਡੀ ਤੇ ਬਹਿ ਜਾਈਏ ਤੇ ਤੂੰ ਤੱਤੀ ਤੇ ਬਹਿ ਜਾ। ਮੈਂ ਕਿਹਾ ਮੈਂ ਕਿਉਂ ਤੱਤੀ ਤੇ ਬੈਠਾ, ਮੈਂ ਤਾਂ ਠੰਡੀ ਤੇ ਬੈਠਾ, ਠੰਡੀ ਤੇ ਹੀ ਬੈਠਾ ਜਾਊਂਗਾ, ਭਾਵੇਂ 10 ਰੁਪਏ ਹੋਰ ਲੈ ਲਵੇ, ਮੈਂ ਨਹੀਂ ਬਹਿੰਦਾ ਤੱਤੀ ਤੇ। ਤੁਸੀਂ ਬੈਠੋ ਤੱਤੀ ਤੇ, ਨਹੀਂ ਬੈਠਣਾ ਦੂਜੇ ਟੈਂਪੂ ਤੇ ਆ ਜਿਓ। ਐਸਾ ਜਿਹੜਾ ਹਾੜ ਦਾ ਮਹੀਨਾ ਕਹਿੰਦੇ ਤਪਦਾ ਬਹੁਤ ਜ਼ਿਆਦਾ, ਕਿਉਂਕਿ ਪਰਮੇਸ਼ਰ ਨੂੰ ਵਿਸਾਰਤਾ, ਫਿਰ ਅੰਦਰੋਂ ਵਿਕਾਰਾਂ ਕਰਕੇ ਬਿਰਤੀ ਵੀ ਤਪਦੀ ਰਹਿੰਦੀ ਹੈ। ਸਦਾ ਹੀ ਬਿਰਤੀ ਹੈ ਜਿਹੜੀ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਕੋਈ ਮਹੀਨਾ ਹੋਵੇ ਕਹਿੰਦੇ ਤਪਦੀ ਰਹਿੰਦੀ ਹੈ। ਪਰ ਜਦੋਂ ਪ੍ਰਮਾਤਮਾ ਦੀ ਬੰਦਗੀ ਕਰਾਂਗੇ, ਉਹਨੂੰ ਚੇਤੇ ਕਰਾਂਗੇ, ਚੇਤੇ 'ਚੋਂ ਵਿਸਾਰਿਆ, ਤਾਂ ਹੀ ਤਾਂ ਤਪਦੇ ਰਹਿੰਦੇ ਆ, ਤਾਂ ਹੀ ਤਾਂ ਤਪਦਾ ਹੈ। ਤੇ ਜੇ ਚੇਤੇ ਦੇ ਵਿੱਚ ਯਾਦ ਰੱਖਾਂਗੇ, ਫਿਰ ਤਪਦਾ ਵੀ ਭਾਈ ਸਾਡੇ ਤੇ ਕਹਿਰ ਨਹੀਂ ਕਰੂਗਾ, ਸਾਡੇ ਤੇ ਮਿਹਰ ਕਰੂਗਾ, ਮਿਹਰ ਕਰੂਗਾ ਤਪਦਾ ਵੀ। ਕਿੰਨੇ ਲੋਕ ਬਿਮਾਰ ਹੋ ਰਹੇ ਆ, ਉਲਟੀਆਂ, ਟੁੱਟੀਆਂ, ਹੈਜਾ, ਡਾਇਰੀਆ, ਆ ਕਿੰਨਾ ਇਸ ਰੁੱਤ ਦੇ ਵਿੱਚ ਦੇਖੋ ਤੁਸੀਂ। ਲੋਲ ਅਜੇ ਗਾਹਾਂ ਹੋਰਾਂ ਨੇ ਬਿਮਾਰ ਹੋਣਾ, ਕਈਆਂ ਨੇ। ਆ ਡਾਕਟਰਾਂ ਦੇ ਵਾਰੇ ਨਿਆਰੇ ਧੂਫ ਦਿੰਦੇ ਆ ਸਵੇਰੇ, ਫੋਟੋ ਤਾਂ ਉਹਨਾਂ ਨੇ ਵੀ ਗੁਰੂ ਨਾਨਕ ਦੀ ਰੱਖੀ ਹੈ, ਉਹਨੂੰ ਧੂਫ ਦਿੰਦੇ ਆ ਵੀ ਲੋਕ ਬਿਮਾਰ ਹੋਣ ਤੇ ਸਾਡਾ ਬੈੱਡ ਕੋਈ ਖਾਲੀ ਨਾ ਰਹੇ।
ਇੱਥੇ ਆ ਕੇ ਪੈ ਜਾਣ, ਇੱਥੇ ਇਲਾਜ ਕਰੀਏ, ਤੇ ਉਹ ਧੂਪ ਦਿੰਦੇ ਆ ਸਵੇਰੇ ਉੱਠ ਕਰਕੇ। ਜਿਹਦਾ ਜਿਹੋ ਜਿਹਾ ਕਿੱਤਾ ਉਹਨੇ ਉਹੋ ਜਿਹਾ ਧੂਪ ਦੇਣਾ। ਥਾਣੇ ਵਾਲੇ ਕਿਹੜਾ ਧੂਪ ਨਹੀਂ ਦਿੰਦੇ, ਉਹਨਾਂ ਨੇ ਵੀ ਬਾਬੇ ਨਾਨਕ ਦੀ ਫੋਟੋ ਲਾਈ ਹੋਈ ਹੈ। ਸਵੇਰੇ ਜਿਉਂ ਲਓ ਜੀ ਧੂਪ ਧਕਾ ਕੇ ਥਾਣੇਦਾਰ, ਵੀ ਤੂੰ ਕੀ ਚਾਹੁੰਦਾ ਆ? ਵੀ ਲੋਕ ਲੜਨ ਲੁੜਨ, ਕੋਈ ਮੁਕੱਦਮੇ ਹੋਣ, ਅਸੀਂ ਐਵੇਂ ਬੈਠੇ ਆ ਇੱਥੇ ਲੈ ਕੇ ਕਲਮਾਂ ਦਵਾਤਾਂ ਲੈ ਕੇ ਬੈਠੇ ਆ, ਕਿਸੇ ਤੇ ਲਿਖੀਏ, ਕੋਈ ਪਰਚਾ ਕੱਟੀਏ, ਕੋਈ ਤਰੱਕੀ ਹੋਵੇ, ਕੋਈ ਗੱਲ ਹੋਵੇ, ਕੋਈ ਬਾਤ ਹੋਵੇ। ਕਾਹਦੇ ਵਾਸਤੇ ਬੈਠੇ ਆ? ਧੂਪ ਕਾਹਦੇ ਵਾਸਤੇ ਦਿੰਨੇ ਆ? ਹਰ ਕੋਈ ਇਸੇ ਤਰ੍ਹਾਂ ਵਕੀਲ ਆ, ਕੋਈ ਮੁਕੱਦਮਾ ਹੋਵੇ ਕਿਸੇ ਦਾ ਸਿਰ ਪਾੜੇ, ਆ ਕੋਈ ਹੋਵੇ, ਕੋਈ ਮੁਕੱਦਮਾ ਹੋਵੇ, ਕੋਈ ਸਾਨੂੰ ਕਰੇ, ਕਿਉਂਕਿ ਸਰਕਾਰ ਨੇ ਤਨਖਾਹ ਤਾਂ ਸਾਨੂੰ ਦੇਣੀ ਨਹੀਂ, ਸਾਨੂੰ ਤਨਖਾਹ ਤਾਂ ਦੇਣੀ ਆ ਲੋਕਾਂ ਨੇ, ਪ੍ਰਾਈਵੇਟ ਕਾਉਂਸਲਿੰਗ। ਤਾਂ ਇਸ ਪ੍ਰਕਾਰ ਨਾਲ ਹਰ ਕੋਈ ਜੱਦੋ ਜਹਿਦ ਦੇ ਵਿੱਚ ਤੇ ਕਹਿੰਦੇ ਤਪੀ ਜਾਂਦਾ, ਭੱਜਿਆ ਫਿਰਦਾ ਹੈ। ਇੱਧਰ ਸਿੱਧ ਭੱਜੇ ਫਿਰਦੇ ਆ, ਤਪੇ ਫਿਰਦੇ ਆ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਭਾਵ ਤੋਂ। ਕਹਿੰਦੇ ਬੜੇ ਪ੍ਰਕਾਰ ਦੀ ਚਰਚਾ ਸਿੱਧਾਂ ਨੇ ਕੀਤੀ। ਆਓ ਸੁਰਤੀ ਬਿਰਤੀ ਇਕਾਗਰ ਕਰੋ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ। ਜਦੋਂ ਕਰਤਾਰਪੁਰ ਆ ਕਰਕੇ ਸਾਹਿਬ ਜੀ ਖੇਤੀ ਕਰਨ ਲੱਗ ਗਏ, ਫੇਰ ਵੀ ਅਚਲ ਵਟਾਲੇ ਤੇ ਸਿੱਧਾਂ ਨੇ ਬੜਾ ਭਾਰੀ ਇਕੱਠ ਕੀਤਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਾਰਤਾਲਾਪ ਚਰਚਾ, ਕਿਉਂਕਿ ਜਦੋਂ ਸੰਤੁਸ਼ਟੀ ਨਾ ਹੋਵੇ ਤਾਂ ਫੇਰ ਉਹਨੂੰ ਹੋਰ ਚਰਚਾ, ਹੋਰ ਵਾਰਤਾਲਾਪ, ਕਿਉਂਕਿ ਸੰਤੁਸ਼ਟੀ ਨਹੀਂ ਹੋਈ। ਜਦੋਂ ਸੰਤੁਸ਼ਟੀ ਹੋ ਜਾਵੇ ਫੇਰ ਹੀ ਅਗਲਾ ਹਟਦਾ ਹੈ, ਰੱਜ ਆ ਜਾਵੇ। ਕਹਿੰਦੇ ਕਈ ਪ੍ਰਕਾਰ ਨਾਲ ਇਕੱਠ ਕਰਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਝੁਕਾਉਣ ਦਾ ਯਤਨ ਕੀਤਾ। ਇਹਨਾਂ ਦੇ ਵਿੱਚ ਇੱਕ ਮੰਗਲਨਾਥ ਸੀ। ਮੰਗਲਨਾਥ ਨੇ ਸਤਿਗੁਰੂ ਸਾਹਿਬ ਜੀ ਦੀ ਭਾਉ ਭਗਤੀ ਧਾਰਨ ਕੀਤੀ ਹੈ। ਮੰਗਲਨਾਥ ਇਹਨਾਂ ਨੂੰ ਜਵਾਬ ਦਿੱਤਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਚਰਚਾ ਕਰਦੇ ਆ। ਆਓ ਸੁਰਤੀ ਬਿਰਤੀ ਇਕਾਗਰ ਕਰਕੇ 30ਵੀਂ ਪੌੜੀ ਤੋਂ ਮਤੋ ਸੁਨਤੋ ਅਸ ਮੰਗਲਨਾਥਾ। ਕਹਿੰਦੇ ਆਪਣੀ ਤਾਂ ਪੂਜਾ ਹੀ ਨਹੀਂ ਰਹਿਣੀ, ਪੂਜਾ ਹੀ ਨਹੀਂ ਹੋਣੀ। ਹਰ ਕੋਈ ਆਪਦੀ ਪੂਜਾ ਵਾਸਤੇ ਪ੍ਰਯਤਨਸ਼ੀਲ ਹੈ। ਕੌਣ ਚਾਹੁੰਦਾ? ਕੋਈ ਕਾਰਪੋਰੇਟ ਚਾਹੁੰਦਾ ਵੀ ਮੇਰਾ ਵਪਾਰ ਘਟ ਜਾਵੇ, ਮੇਰਾ ਕੰਮ ਘਟ ਜਾਵੇ, ਮੇਰੀ ਪੂਜਾ। ਕੋਈ ਡੇਰੇ ਵਾਲਾ ਚਾਹੁੰਦਾ ਵੀ ਮੇਰੀ ਆਮਦਨ ਘਟ ਜਾਵੇ, ਮੇਰੀ ਗੋਲਕਾਂ ਦੀ ਆਮਦਨ ਘਟ ਜਾਵੇ, ਮੇਰੀ ਲੋਕਾਂ ਦੀ ਆਵਾਜਾਈ ਘਟ ਜਾਵੇ। ਕੋਈ ਗੁਰਦੁਆਰੇ ਵਾਲਾ ਚਾਹੁੰਦਾ ਵੀ ਕੋਈ ਮੇਰੀ ਸੰਗਤ ਘਟ ਜਾਵੇ, ਮੇਰੀ ਆਮਦਨ ਘਟ ਜਾਵੇ, ਮੇਰੀ ਖੇਤੀਬਾੜੀ ਘਟ ਜਾਵੇ। ਕੋਈ ਕਮੇਟੀ ਚਾਹੁੰਦੀ ਹੈ ਵੀ ਮੇਰੇ ਆਮਦਨ ਘਟ ਜਾਵੇ। ਮੇਰੇ ਗ੍ਰੰਥੀਆਂ ਨੂੰ ਤਾਂ ਦੇ ਰਿਹਾ 30,000 ਤੇ ਆਮਦਨ ਹੁੰਦੀ ਮੈਨੂੰ ਸਾਰੀ 60,000। ਕੋਈ ਚਾਹੁੰਦਾ? ਅਗਲਾ ਕੋਈ ਗ੍ਰੰਥੀ ਨੂੰ ਹਟਾ ਦਿਓ। ਆ ਦਰਬਾਰ ਸਾਹਿਬ ਤਲਵੰਡੀ ਸਾਬੋ ਬੇਅਦਬੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲੱਗ ਗਈ। ਤਾਂ ਰੋਜ਼ ਅੱਗਾਂ ਲੱਗਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਰੋਜ਼ ਅੱਗਾਂ ਲਾ ਦਿੰਦੇ ਆ। ਤੁਹਾਡਾ ਕੀ ਹੈ? ਕੋਈ ਗ੍ਰੰਥੀ ਨਹੀਂ ਰੱਖਿਆ। ਕੋਈ ਕਹਿੰਦੇ ਸਾਡੇ ਆਮਦਨ ਹੈ ਨਹੀਂ ਜੀ। ਆ ਮੁੜ ਕੇ ਜਾ ਕੇ ਪੰਜ ਪਿਆਰੇ ਵੀ ਉੱਥੇ ਰੋਈ ਜਾਂਦੇ ਆ, ਸਿੰਘ ਸਾਹਿਬ ਵੀ ਉੱਥੇ ਰੋਈ ਜਾਂਦਾ। ਵੀ ਪਹਿਲਾਂ ਹੀ ਤੁਸੀਂ ਕੰਟਰੋਲ, ਪਹਿਲਾਂ ਹੀ ਦੱਸੋ ਵੀ ਕਿੰਨੇ ਗੁਰਦੁਆਰੇ ਨੇ ਸਾਡੇ, ਕਿੰਨੇ ਗੁਰਦੁਆਰੇ ਚਾਹੀਦੇ ਆ, ਕਿੱਥੇ ਕਿੱਥੇ ਤੁਸੀਂ ਆਮਦਨ ਦਾ ਸਾਧਨ ਤਾਂ ਗੁਰੂ ਗ੍ਰੰਥ ਸਾਹਿਬ ਰੱਖ ਕੇ ਬਣਾ ਲਿਆ। ਜਿੱਥੇ ਦੇਖੋ ਆ ਮਾੜਾ ਜਿਹਾ 15 ਫੁੱਟ ਨਿਸ਼ਾਨ ਲਾ ਦੇਣਗੇ, ਗੁਰੂ ਗ੍ਰੰਥ ਸਾਹਿਬ ਰੱਖ ਕੇ ਚਲੋ ਜੀ ਲਾਵਾਂ ਫੇਰੇ ਕਰਾਉਣ ਨੂੰ, ਆ ਮਰਗ ਵਾਸਤੇ ਪ੍ਰੋਗਰਾਮ ਕਰਨ ਨੂੰ। ਆ ਵੀ ਇਹ ਹੈ ਬਾਪੂ ਕੀ? ਇਹਨੂੰ ਜਾਣਿਆ ਤੁਸੀਂ? ਕਦੇ ਪੜ੍ਹ ਕੇ ਦੇਖਿਆ? ਨਾ ਪ੍ਰਧਾਨ ਨੇ, ਨਾ ਮੈਂਬਰਾਂ ਨੇ, ਨਾ ਦੂਜਿਆਂ ਤੀਜਿਆਂ ਨੇ ਕਦੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਨਹੀਂ ਦੇਖਿਆ। ਥਾਂ ਪਰ ਥਾਂ ਰੱਖਣ ਵਾਸਤੇ ਮੂਹਰੇ ਨਿਸ਼ਾਨ ਲਾਉਣ। ਜਦੋਂ ਬੇਅਦਬੀ ਹੁੰਦੀ ਹੈ ਫਿਰ ਸਾਰੇ ਆ ਜੀ ਸਾਨੂੰ ਨਹੀਂ ਪਤਾ ਲੱਗਾ, ਸਾਨੂੰ ਨਹੀਂ ਪਤਾ ਲੱਗਾ, ਸਾਨੂੰ ਨਹੀਂ ਪਤਾ ਲੱਗਾ। ਵੀ ਪਤਾ ਤੁਹਾਨੂੰ ਆਪਦੇ ਕੁੜੀਆਂ ਮੁੰਡਿਆਂ ਦਾ ਤਾਂ ਲੱਗ ਜਾਂਦਾ ਵੀ ਕਿੱਥੇ ਫਿਰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਕਿਵੇਂ ਹੋ ਗਈ, ਕਿਵੇਂ ਅੱਗ ਲੱਗ ਗਈ, ਕਿਹੜਾ ਅਸੀਂ ਪੱਖਾ ਛੱਡ ਦਿੱਤਾ, ਕਿਹੜਾ। ਕਿਉਂਕਿ ਕਿਤਾਬ ਸਮਝਦੇ ਆ ਇਹਨੂੰ, ਕਿਤਾਬ ਸਮਝਦੇ ਆ, ਕਿਤਾਬ ਦੀ ਤਰ੍ਹਾਂ ਪਿਆ, ਜਿੱਥੇ ਪਿਆ ਪਿਆ, ਜਿੱਥੇ ਫਟ ਗਿਆ ਫਟ ਗਿਆ, ਜਿੱਥੇ ਫੂਕਤਾ ਫੂਕਤਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਸਿੱਧਾਂ ਨਾਲ ਚਰਚਾ ਸਤਿਗੁਰੂ ਸਾਹਿਬ ਜੀ ਕਰਦੇ। ਗੁਰੂ ਸਾਹਿਬ ਜੀ ਨਾਲ ਸਿੱਧ ਚਰਚਾ ਕਰਦੇ ਆ। ਸਰਵਣ ਕਰੋ। ਮਤੋ ਸੁਨਤ ਅਸ ਮੰਗਲਨਾਥਾ। ਪ੍ਰੇਮ ਸਹਿਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਗਲਨਾਥ ਨੇ ਸੁਣਿਆ ਕਿ ਇਸ ਪ੍ਰਕਾਰ ਨਾਲ ਮਹਾਰਾਜ ਜੀ ਨਾਲ ਬੈਰ ਕਰਦੇ ਆ, ਸ਼ਕਤੀਆਂ ਦਿਖਾਉਂਦੇ ਆ, ਕਦੇ ਕੋਈ ਚਰਚਾ ਕਰਦੇ ਆ, ਕਦੇ ਕਹਿੰਦੇ ਕਿ ਇਹਨੂੰ ਨੀਵਾਂ ਕਰ ਦੇਣਾ, ਕਦੇ ਕਹਿੰਦੇ ਕਿ ਇਹਨੂੰ ਵੱਸ ਕਰ ਲੈਣਾ, ਕਦੇ ਕਹਿੰਦੇ ਕਿ ਇਹਨੂੰ ਕਾਬੂ ਕਰ ਲੈਣਾ, ਕਦੇ ਕਹਿੰਦੇ ਇਹਨੂੰ ਭਜਾ ਦੇਣਾ,
ਕਹਿੰਦੇ ਕੁਝ ਵੀ ਨਹੀਂ ਤੁਹਾਡਾ ਚੱਲਣਾ। ਮੰਗਲਨਾਥ ਨੇ ਮੱਤ ਦਿੱਤੀ ਹੈ ਇਹਨਾਂ ਦੀ, ਇਹੋ ਜੀ ਮੱਤ ਸੁਣ ਕੇ ਸੀਖ ਦੇਣ ਬੋਲਿਓ ਸਭ ਸਾਥਾ। ਫਿਰ ਸਾਰਿਆਂ ਨੂੰ ਸਿੱਖਿਆ ਦੇਣ ਵਾਸਤੇ ਐਸੇ ਬੋਲ ਬੋਲੇ ਐ। ਪੂਰਬ ਤੁਮ ਚਰਚਾ ਕਰ ਹਾਰੇ। ਕਹਿੰਦਾ ਪਹਿਲਾਂ ਤੁਸੀਂ ਸਾਰੇ ਚਰਚਾ ਕਰ ਕਰਕੇ ਹਾਰ ਗਏ ਹੋ। ਅਨਕ ਭਾਂਤ ਕੀ ਸ਼ਕਤ ਦਿਖਾਰੇ। ਸ਼ਕਤੀਆਂ ਦਿਖਾ ਦਿਖਾ ਕੇ ਵੀ ਹਾਰ ਗਏ ਹੋ। ਜਿਸ ਜਿਸ ਵਿਖੇ ਹੋ ਤੋ ਬਲ ਜੇਤਾ। ਜਿਹੜੇ ਜਿਹੜੇ ਚ ਜਿੰਨਾ ਜਿੰਨਾ ਬਲ ਸ਼ਕਤੀ ਸੀਗੀ, ਸਮਰੱਥਾ ਸੀਗੀ ਤੁਹਾਡੇ ਵਿੱਚ, ਨਿਜ ਨਿਜ ਸਭ ਨਿਲਗਾਇਓ ਤੇਤਾ। ਉਹ ਸਾਰਿਆਂ ਨੇ ਲਾ ਲਾ ਕੇ ਦੇਖ ਲਈ ਹੈ। ਹਾਰ ਪਰੇ ਮੁਖ ਬੋਲੇ ਨਹੀਂ। ਹਾਰ ਹਾਰ ਕੇ ਸ਼ਰਮਿੰਦੇ ਹੋ ਕੇ ਫੇਰ ਵੀ ਅਜੇ ਹਟਦੇ ਨਹੀਂ ਹੋ। ਅਬ ਤੁਮ ਗਰਬਤ ਹੋ ਮਨ ਮਾਹੀ। ਅਜੇ ਵੀ ਮਨ ਦਾ ਹੰਕਾਰ ਹਾਠ ਹੈ ਜਿਹੜਾ ਤਪਸ਼ ਨਹੀਂ ਛੱਡੀ, ਸਾੜਾ ਨਹੀਂ ਛੱਡਿਆ, ਈਰਖਾ ਨਹੀਂ ਛੱਡੀ ਮਨ ਦੀ। ਨਾਲੇ ਪਤਾ ਵੀ ਇਹਨਾਂ ਦਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ, ਇਹਨਾਂ ਦੀ ਭਗਤੀ ਗਿਆਨ ਅੱਗੇ ਹੈ, ਇਹ ਅਗਲੀਆਂ ਜਮਾਤਾਂ 'ਚ ਪੜ੍ਹੇ ਹੋਏ ਆ, ਪਰ ਫੇਰ ਵੀ ਈਰਖਾ ਜਿਹੜੀ ਉਹ ਛੱਡਦੇ ਨਹੀਂ ਹੋ। ਹਟ ਕੋ ਹਰੋ ਲਾਜ ਕੋ ਖੋਈ। ਇਹ ਸ਼ਰਮ ਨੂੰ ਤਿਆਗ ਕੇ ਜਿੱਦ ਕਰ ਲਏ ਹੋ। ਤੁਮ ਤੇ ਹੋਰਾ ਹੋਏ ਨਾ ਕੁਸੋਈ। ਕਿਸੇ ਪ੍ਰਕਾਰ ਵੀ ਹੌਰਾ ਨਾਮ ਹਰਾ ਨਹੀਂ ਸਕਦੇ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ। ਇਹ ਮੰਗਲਨਾਥ ਨੇ ਆਖਣਾ ਕੀਤਾ। ਸੋ ਲਜਿਤ ਹੋਵੇ ਨਹਿ ਕੈਸੇ। ਕਿਸੇ ਪ੍ਰਕਾਰ ਵੀ ਗੁਰੂ ਨਾਨਕ ਦੇਵ ਜੀ ਤੁਹਾਡੇ ਦੇਣਦਾਰ ਨਹੀਂ, ਸ਼ਰਮਿੰਦੇ ਨਹੀਂ ਹੋਣਗੇ। ਤੁਮ ਕੋ ਜੀਤੋ ਹੈ ਗਿਓ ਬਿਦ ਤੇ ਸੇ। ਉਹ ਤੁਹਾਨੂੰ ਜਿੱਤ ਲੈਣਗੇ, ਤੁਸੀਂ ਹਾਰ ਜਾਓਗੇ। ਫੇਰ ਤੁਮ ਨਿਜ ਮੰਤਾ ਚਾਹੋ ਜੇ ਪਾਈ। ਫੇਰ ਮੰਗਲਨਾਥ ਨੇ ਹੀ ਆਖਿਆ ਸੀ ਸਿੱਧਾਂ ਨੂੰ ਕਿ ਜੇਕਰ ਤੁਸੀਂ ਆਪਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ, ਸਰਬ ਗਰਭ ਨਿਜ ਦਿਓ ਨਸਾਈ। ਫਿਰ ਹੰਕਾਰ ਤੇ ਆ ਕੇ ਗੁਰੂ ਸਾਹਿਬ ਦੇ ਚਰਨੀ ਪੈ ਜਾਓ। ਹਵੇ ਅਨੁਸਾਰ ਮਿਲੋ ਅਬ ਤਾਹੀ। ਜੇ ਗੁਰੂ ਸਾਹਿਬ ਜੀ ਨੂੰ ਪ੍ਰੇਮ ਸਹਿਤ ਮਿਲੋਗੇ, ਸਾਰੇ ਦੁੱਖ ਦੂਰ ਹੋ ਜਾਣਗੇ ਤੁਹਾਡੇ। ਪਾਵਹ ਜੇ ਕਿਛ ਚਾਹੋ ਮਨ ਮਾਹੀ। ਸ਼ਕਤੀਆਂ ਵੀ ਤੁਹਾਡੀਆਂ ਰਹਿ ਜਾਣਗੀਆਂ, ਤੁਸੀਂ ਨਸ਼ਟ ਵੀ ਨਹੀਂ ਹੋਵੋਗੇ। ਤੇ ਜੇ ਭਿੜੋਗੇ ਗੁਰੂ ਸਾਹਿਬ ਜੀ ਨਾਲ, ਸ਼ਕਤੀ ਵੀ ਨਹੀਂ ਕੋਈ ਰਹਿਣੀ, ਖਤਮ ਹੋ ਜਾਓਗੇ, ਨਸ਼ਟ ਹੋ ਜਾਓਗੇ। ਸੁਣ ਕੇ ਭੰਗਰਨਾਥ ਖੰਝਾਵਾ। ਮੰਗਲਨਾਥ ਦੇ ਇਹੋ ਜਿਹੇ ਵਿਚਾਰ ਸੁਣ ਕੇ ਭੰਗਰਨਾਥ ਨੇ ਬਹੁਤਾ ਗੁੱਸਾ ਕੀਤਾ ਸੀਗਾ। ਛੂਛੇ ਘਟ ਜਿਉ ਬਚਨ ਅਲਾਵਾ। ਕਹਿੰਦੇ ਅੱਧੇ ਭਰੇ ਘੜੇ ਵਾਂਗੂ, ਖਾਲੀ ਘੜੇ ਵਾਂਗੂ ਇਹਨੇ ਬੋਲਣਾ ਕੀਤਾ ਸੀ। ਬੋਲ ਆਖੇ ਸਨ। ਪੂਰਬ ਹੀ ਪੱਖੀ ਤਿਸ ਕੇਰਾ। ਕਹਿੰਦਾ ਤੂੰ ਤਾਂ ਪਹਿਲਾਂ ਹੀ ਗੁਰੂ ਨਾਨਕ ਦਾ ਪੱਖੀ ਹੈ, ਉਸ ਦੇ ਮਤਲਬ ਦੀ ਗੱਲ ਕਰਦਾ ਹੈ। ਕਰ ਤੋ ਰਹੇ ਹੋ ਵਿਪਰ ਜੇ ਜੇਰਾ। ਤੂੰ ਤਾਂ ਉਲਟਾ ਸਾਡੇ ਨਾਲ ਝਗੜੇ ਕਰਕੇ ਸਾਨੂੰ ਮੱਤ ਦਿੰਦਾ ਹੈ। ਆਪਣਾ ਪੰਥ ਛੋੜ ਤੈ ਦੀਨਾ। ਤੂੰ ਤਾਂ ਆਪਣਾ ਜੋਗੀ ਪੰਥ ਕਦੋਂ ਦਾ ਛੱਡ ਦਿੱਤਾ ਹੈ। ਕਹਿ ਕੋ ਮਤੋ ਗ੍ਰਹਿਣ ਕਰ ਲੀਨਾ। ਤੂੰ ਤਾਂ ਗੁਰੂ ਨਾਨਕ ਮੱਤ ਨੂੰ ਧਾਰਨ ਕਰ ਲਿਆ ਹੈ। ਤੂੰ ਤਾਂ ਗੁਰੂ ਨਾਨਕ ਦਾ ਸਿੱਖ ਹੋ ਗਿਆ ਹੈ। ਕਿਸ ਵਿਦ ਤੇਰੋ ਕਹਿਓ ਨਾ ਮਾਨੇ। ਪਰ ਅਸੀਂ ਕਿਸੇ ਸਿੱਖ ਦੀ ਗੱਲ ਨਹੀਂ ਮੰਨਣੀ, ਗੁਰੂ ਨਾਨਕ ਦੀ ਗੱਲ ਨਹੀਂ ਮੰਨਣੀ। ਅਸੀਂ ਕਿਸੇ ਪ੍ਰਕਾਰ ਤੇਰੀ ਗੱਲ ਤੇ ਅਮਲ ਨਹੀਂ ਕਰਾਂਗੇ। ਹਮ ਚਰਚਾ ਤੈ ਸੰਗ ਬਖਾਨੇ। ਅਸੀਂ ਗੁਰੂ ਨਾਨਕ ਨਾਲ ਚਰਚਾ ਕਰਾਂਗੇ, ਸ਼ਕਤੀਆਂ ਦਿਖਾਵਾਂਗੇ। ਤੁਝ ਦੇਖਤ ਹਮ ਲੈਵਹਿ ਜੀਤੀ। ਤੇਰੇ ਦੇਖਦਿਆਂ ਹੀ ਹੈ ਮੰਗਲਨਾਥਾ, ਅਸੀਂ ਗੁਰੂ ਨਾਨਕ ਨੂੰ ਜਿੱਤ ਲਵਾਂਗੇ। ਕੋ ਨਿਸ਼ਚੈ ਔਰ ਆਏ ਪ੍ਰਤੀਤੀ। ਫੇਰ ਤੈਨੂੰ ਵੀ ਪ੍ਰਤੀਤ ਹੋ ਜਾਊਗੀ ਵੀ ਵੱਡਾ ਕੌਣ ਹੈ। ਅਸ ਕਹਿ ਕਰ ਗਮਨੇ ਦਿਸ ਤਾਹੀ। ਇਸ ਤਰ੍ਹਾਂ ਨਾਲ ਇਉਂ ਆਖ ਕੇ ਸਾਰੇ ਸਿੱਧ ਜਿਹੜੇ ਸਨ ਗੁਰੂ ਨਾਨਕ ਸਾਹਿਬ ਜੀ ਦੀ ਤਰਫ ਨੂੰ ਆਏ ਐ। ਪ੍ਰਵਟੇ ਕੇ ਪੀਰ ਹੋਤੀ ਬਹ ਜਾਹੀ। ਸਤਿਗੁਰੂ ਸਾਹਿਬ ਜੀ ਦੇ ਕੋਲ ਬੜਾ ਇਕੱਠ ਹੋਇਆ ਲੋਕਾਂ ਦਾ। ਕਰਤ ਭਗਤੀ ਏ ਭਗਤ ਪ੍ਰਕਾਰ। ਕਹਿੰਦੇ ਜਿਹੜੇ ਰਾਸ ਧਾਰੀਏ ਸੀ, ਰਾਸ ਪਾ ਰਹੇ ਸੀ ਉਸ ਵੇਲੇ, ਤੇ ਜਿਹੜੇ ਨਾਟਕ ਚੇਟ ਕਰਦੇ ਨਾ ਉਸ ਵੇਲੇ ਆ ਰਾਸਾਂ ਦਿਖਾਉਣੀਆਂ, ਤੇ ਉਹ ਰਾਸਾਂ ਦਿਖਾਉਂਦੇ ਸਨ ਕ੍ਰਿਸ਼ਨ ਦੀਆਂ, ਰਾਮ ਦੀਆਂ ਬਣ ਕੇ ਮੂਰਤੀਆਂ, ਤੇ ਆਪ ਉਹ ਜਿਹਾ ਸਰੂਪ ਧਾਰਨ ਕਰਕੇ। ਆ ਜਿਵੇਂ ਕਈਆਂ ਨੇ ਮਹਾਭਾਰਤ ਰਮਾਇਣ ਬਣਾ ਦਿੱਤੀ, ਪਰ ਮਹਾਭਾਰਤ ਰਮਾਇਣ ਤਾਂ ਉਹਨਾਂ ਨੇ ਬਣਾ ਦਿੱਤੀ, ਉਹਨਾਂ ਨੇ ਜਿਹਨੇ ਰਾਮ ਦਾ ਕਿਰਦਾਰ ਕੀਤਾ, ਸੀਤਾ ਦਾ ਕਿਰਦਾਰ ਕੀਤਾ, ਉਹਨੇ ਸ਼ਰਾਬ ਛੱਡਤੀ, ਸਿਗਰਟਾਂ ਛੱਡਤੀਆਂ। ਆ ਹੁਣ ਉਹਨਾਂ ਦੀ ਇੰਟਰਵਿਊ ਆਈ ਸੀਗੀ, ਜਿਨ੍ਹਾਂ ਨੇ ਰਾਮ ਜਿਹੜੀ ਦ੍ਰੋਪਦੀ ਬਣੀ, ਜਿਹੜੀ ਸੀਤਾ ਬਣੀ, ਉਹ ਤਾਂ ਸ਼ਰਾਬ ਪੀਂਦੀ ਹੈ, ਸਿਗਰਟਾਂ ਪੀਂਦੀ ਹੈ। ਜਿਹੜਾ ਰਾਮ ਬਣਿਆ ਸੀ ਉਹ ਤਾਂ ਸ਼ਰਾਬ ਪੀਂਦਾ, ਸਿਗਰਟਾਂ ਪੀਂਦਾ। ਉਹਨੂੰ ਜਾ ਕਰਕੇ ਲੋਕਾਂ ਨੇ ਕੰਮ ਦੇਣਾ ਛੱਡ ਦਿੱਤਾ ਸਿਨੇਮੇ ਦੇ ਵਿੱਚ। ਕਹਿੰਦਾ ਤੂੰ ਤਾਂ ਰਾਮ ਬਣਿਆ ਸੀ, ਹੋਰ ਫਿਲਮ 'ਚ ਨਹੀਂ ਤੈਨੂੰ ਕੰਮ ਦੇਣਾ। ਆਹ ਹਾਲ ਹੋਇਆ ਉਹਨਾਂ ਦਾ।
ਫਿਰ ਉਹਨਾਂ ਦਾ ਜੀਵਨ ਕੋਈ, ਜਿਨ੍ਹਾਂ ਨੇ ਉਹਦੀ ਰਾਸ ਧਾਰੀ, ਉਹਦਾ ਸਰੂਪ। ਇਸ ਕਰਕੇ ਕਹਿੰਦੇ ਸਰੂਪ ਨਹੀਂ ਧਾਰਨਾ ਚਾਹੀਦਾ। ਇੱਥੇ ਸਾਖੀ ਹੈ ਗੁਰੂ ਘਰ ਦੇ ਵਿੱਚ, ਝਾਕੀ ਨਹੀਂ। ਜੇ ਕੋਈ ਕਹੇ ਮੈਂ ਪੰਜ ਪਿਆਰਾ ਬਣ ਜੂ, ਮੈਂ ਮੋਹਕਮ ਸਿੰਘ ਬਣ ਜੂ, ਮੈਂ ਕਿਰਪਾਨ ਪਾ ਕੇ ਬਣ ਜੂ, ਇੱਥੇ ਝਾਕੀ ਨਹੀਂ ਹੈ। ਇੱਥੇ ਸਾਖੀ ਹੈ, ਕਰਨੀ ਹੈ, ਕਰਨੀ ਕਰਕੇ ਦਿਖਾ। ਝਾਕੀ ਨਹੀਂ ਹੈ ਇੱਥੇ ਵੀ ਤੂੰ ਜਟਾਜੂਟ ਹੋ ਕੇ ਉਹੋ ਜਿਹਾ ਲਿਬਾਸ ਧਾਰ ਕੇ, ਉਹ ਪਖੰਡ ਹੈ। ਆਪਦੇ ਜੀਵਨ ਨੂੰ ਨਹੀਂ ਸੁਧਾਰ ਸਕਦਾ, ਕਿਸੇ ਨੂੰ ਕੀ ਸੁਧਾਰੇਗਾ। ਪਰ ਉਹਨਾਂ ਲੋਕਾਂ ਨੇ ਇਹੋ ਜਿਹਾ ਜਿਹੜਾ ਪ੍ਰਕਾਰ ਧਾਰਨਾ ਕੀਤਾ। ਰਾਸ ਧਾਰੀਆਂ ਤੋਂ ਮਤਲਬ ਜਿਹੜੇ ਨਾਟਕ ਚੇਟਕ ਕਰਦੇ ਆ, ਉੱਥੇ ਵੀ ਰਾਸ ਪਾ ਰਹੇ ਸੀ, ਨਾਟਕ ਦਿਖਾ ਰਹੇ ਸੀ। ਪਿਛਲੇ ਸਮੇਂ ਦੇ ਵਾਤਾਵਰਣ ਨੂੰ ਅੱਗੇ ਆਪ ਉਹ ਸਰੂਪ ਧਾਰਨ ਕਰਕੇ ਲੋਕਾਂ ਦੇ ਅੱਗੇ ਪ੍ਰਦਰਸ਼ਿਤ ਕਰਨਾ, ਉਹਨੂੰ ਕਹਿੰਦੇ ਆ ਰਾਸ ਧਾਰਨੀ। ਰਾਧਾ ਕ੍ਰਿਸ਼ਨ ਵੇਖ ਤਨ ਧਾਰ। ਕੋਈ ਕ੍ਰਿਸ਼ਨ ਬਣਿਆ, ਕੋਈ ਰਾਧਾ ਬਣਿਆ, ਕੋਈ ਬਲਰਾਮ ਬਣਿਆ, ਕੋਈ ਅਰਜੁਨ, ਕੋਈ ਭੀਮ ਬਣਿਆ ਹੋਇਆ ਹੈ। ਕੌਤਕ ਹੋਵਤ ਗੁਰੂ ਅਗਰੀ। ਕਈ ਪ੍ਰਕਾਰ ਦੇ ਕੌਤਕ ਤਮਾਸ਼ੇ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਵੀ ਇਹ ਲੋਕ ਕੀ ਕਰਦੇ ਹਨ। ਵਿਖੇ ਤਮਾਸ਼ੋ ਬਹੁ ਨਰ ਨਾਰੀ। ਬਹੁਤ ਸਾਰੇ ਲੋਕ ਇਹਨਾਂ ਰਾਸਾਂ ਨੂੰ ਦੇਖਦੇ ਹਨ ਜਿਹੜੀਆਂ ਧਾਰਨ ਕੀਤੀਆਂ ਇਹਨਾਂ ਨਾਟਕੀਆਂ ਨੇ। ਅਦਕ ਭੀੜ ਭਰ ਰਹੀ ਚੁਫੇਰੇ। ਬਹੁਤ ਇਕੱਠ ਹੋਇਆ, ਹਜ਼ਾਰਾਂ ਲੋਕਾਂ ਦਾ ਅਚਲ ਬਟਾਲੇ ਵਿਖੇ। ਖੜੇ ਹੋਣ ਕੋ ਥਾਉ ਨ ਹੇਰੇ। ਖੜੇ ਹੋਣ ਦਾ ਵੀ ਥਾਂ ਨਹੀਂ ਸੀ ਰਿਹਾ ਉਸ ਵਕਤ, ਇੰਨਾ ਇਕੱਠ ਹੋ ਗਿਆ। ਲਖਮੀ ਬਰਖ ਰਹੀ ਤਹਿ ਭਾਰੀ। ਬਹੁਤ ਮਾਇਆ ਅਰਪਣ ਕਰ ਰਹੇ ਸੀਗੇ, ਰਾਸਧਾਰੀਆਂ ਨੂੰ ਦੇ ਰਹੇ ਸੀ। ਜਿਹੜੇ ਨਾਟਕ ਚਾਟਕ ਦਿਖਾ ਰਹੇ ਸਨ ਉਹਨਾਂ ਨੂੰ ਦੇ ਰਹੇ ਸੀਗੇ ਲੋਕ। ਸਰਬ ਦੇਤ ਕਰ ਚਿਤ ਉਧਾਰੀ। ਸਾਰੇ ਖੁੱਲੇ ਦਿਲ ਨਾਲ ਲੋਕ ਜਿਹੜੇ ਦੇ ਰਹੇ ਸੀ ਦਾਨ। ਇੱਥੇ ਆਖਦੇ ਹਨ ਅਸ ਮਹਿਮਾ ਕੋ ਪਿਖ ਖੁਨਸਾਏ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਬੜਾ ਚੜ੍ਹਤ ਚੜਾਵਾ ਚੜਿਆ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਦੇਖ ਕਰਕੇ, ਵਡਿਆਈ ਨੂੰ, ਜੋਗੀ ਜਿਹੜੇ ਈਰਖਾ ਦੇ ਵਿੱਚ ਆ ਗਏ। ਜਰੀ ਨ ਜਾਏ ਜਰੇ ਪਛਤਾਏ। ਉਹਨਾਂ ਤੋਂ ਮਹਿਮਾ ਸਹਾਰੀ ਨਹੀਂ ਗਈ ਤੇ ਉਹ ਸੜਬਲ ਗਏ, ਪਛਤਾਉਣ ਲੱਗੇ ਮਹਾਰਾਜ ਜੀ ਦੇ ਜਸ ਤੋਂ। ਭਾਵਕ ਜਿਸ ਪ੍ਰਕਾਰ ਕਿਰਤ ਪਰਸੇ। ਜਿਸ ਤਰ੍ਹਾਂ ਨਾਲ ਕਹਿੰਦੇ ਘਿਓ ਅੱਗ ਦੇ ਨਾਲ ਸਪਰਸ਼ ਹੋ ਜਾਵੇ ਤੇ ਉਹ ਲਾਟ ਉੱਚੀ ਚਲੀ ਜਾਂਦੀ ਹੈ ਨਾ, ਇਸ ਤਰ੍ਹਾਂ ਕਹਿੰਦੇ ਸਿੱਧਾਂ ਦਾ ਹਾਲ ਹੋਇਆ। ਸਿੱਧਨ ਰਿਦ ਬਿਰਦੀ ਤਬ ਸਰਸੇ। ਸਿੱਧਾਂ ਤੋਂ ਮਹਾਰਾਜ ਜੀ ਦੀ ਕਹਿੰਦੇ ਵਡਿਆਈ ਸਹਾਰੀ ਨਹੀਂ ਗਈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਘਿਓ ਸਮਾਨ ਤੇ ਸਿੱਧਾਂ ਦੀ ਈਰਖਾ ਅੱਗ ਸਮਾਨ। ਕਹਿੰਦੇ ਜਿਵੇਂ ਜਿਵੇਂ ਪਈ ਇਹਨਾਂ ਤੋਂ ਸਹਾਰੀ ਨਹੀਂ ਗਈ, ਲਾਚ ਉੱਚੀ ਉੱਠੀ ਹੈ। ਨਿਰਤਕ ਨਿਕਟ ਜੋ ਲੋਟਾ ਹੋਈ। ਨੱਚਣ ਵਾਲੇ ਰਾਸਧਾਰੀਆਂ ਨੇ, ਭੰਡਾਂ ਨੇ, ਨਾਟਕੀਆਂ ਨੇ ਜਿਹੜਾ ਲੋਟਾ ਮਾਇਆ ਵਾਸਤੇ ਰੱਖਿਆ ਸੀਗਾ ਕਿ ਇਹਦੇ ਚ ਪੰਜੀ ਦਸੀ ਪਾਓ ਸਾਡੇ ਵਾਸਤੇ। ਉਤੋ ਧਰਮ ਸੋ ਪੂਰਨ ਸੋਈ। ਤੇ ਉਹ ਜਿਹੜਾ ਧਰਮ ਕਹਿੰਦੇ ਧਨ ਦੇ ਨਾਲ ਭਰਿਆ ਹੋਇਆ ਸੀਗਾ, ਬੜਾ ਲੋਕਾਂ ਨੇ ਪਾ ਪਾ ਕੇ ਮਾਇਆ। ਲੋਟਾ ਵੱਡਾ ਸੀ 5-6 ਕਿਲੋ ਦਾ, ਉਹ ਭਰ ਦਿੱਤਾ ਸੀਗਾ ਪੈਸਿਆਂ ਦੇ ਨਾਲ। ਭੰਗਰਨਾਥ ਗੁਪਤ ਤਬ ਹੋਵੇ ਕੇ। ਭੰਗਰਨਾਥ ਜੀ ਦਾ ਇਹ ਨੇ ਜਿਹੜਾ ਗੁਪਤ ਹੋ ਕਰਕੇ ਛੋਟਾ ਜਿਹਾ ਸਰੂਪ ਬਣਾ ਕੇ ਕਹਿੰਦੇ ਲੋਟਾ ਉਸ ਵੇਲੇ ਛਪਾ ਦਿੱਤਾ ਮਾਇਆ ਦਾ ਭਰਿਆ ਹੋਇਆ। ਦੇਖੋ ਸੁਰਤੀ, ਫਿਰ ਮਾਇਆ ਤੇ ਜਾ ਕੇ ਡਿੱਗਿਆ, ਮਾਇਆ ਦਾ ਲੋਟਾ ਛਪਾ ਦਿੱਤਾ, ਹੋਰ ਨਹੀਂ ਕੁਛ ਹੋਇਆ। ਤੇ ਮਾਇਆ ਦੇ ਲੋਟੇ ਨੂੰ ਜਾ ਕਰਕੇ ਚੱਕਣਾ ਕੀਤਾ ਭੰਗਰਨਾਥ ਨੇ। ਦੁਰਾਇਓ ਲੋਟਾ ਲੈ ਕੇ। ਤੇ ਕਹਿੰਦੇ ਪਤਾ ਹੀ ਨਹੀਂ ਲੱਗਾ, ਸੂਖਮ ਰੂਪ ਧਾਰ ਕੇ ਲੋਟੇ ਨੂੰ ਸੂਖਮ ਕਰਕੇ ਛਪੋ ਦਿੱਤਾ। ਨਿਰਤਕ ਨਿਕਟ ਪਿਖਿਓ ਸੋ ਨਹੀਂ। ਜਦੋਂ ਇਹਨਾਂ ਰਾਸ ਧਾਰੀਆਂ, ਨੱਚਣ ਵਾਲਿਆਂ, ਬੰਸਰੀ ਵਜਾਉਣ ਵਾਲਿਆਂ ਨੇ ਦੇਖਿਆ ਕਿ ਲੋਟਾ ਮਾਇਆ ਦਾ ਕਿੱਥੇ ਚਲਿਆ ਗਿਆ, ਬਿਸਰੀ ਭਗਤ ਝਰਤ ਉਰਮਾਹੀ। ਉਹਨਾਂ ਨੂੰ ਤਾਂ ਭਗਤੇ ਜਿਹੜੀ ਕਰਦੇ ਸੀ ਨਾਟਕ, ਜਿਹੜਾ ਸੀਨ ਕਰਨਾ ਸੀਗਾ ਉਹ ਤਾਂ ਸੀਨ ਭੁੱਲ ਗਿਆ ਤੇ ਉਹ ਬਹੁਤ ਝੂਰਨ ਲੱਗੇ ਵੀ ਸਾਡੀ ਮਾਇਆ ਕਿੱਥੇ ਚਲੀ ਗਈ ਹੈ। ਕਹਿਣ ਲੱਗੇ ਲੋਟਾ ਕਿਨ ਲੀਨਾ। ਰੌਲਾ ਪੈ ਗਿਆ, ਕਹਿੰਦੇ ਲੋਟਾ ਕਿਹਨੇ ਚੱਕ ਲਿਆ ਹੈ। ਖੋਜਤ ਭਏ ਰੋਰ ਵੱਡ ਕੀਨਾ। ਲੱਭਣ ਲੱਗੇ ਇੱਧਰ ਉੱਧਰ, ਰੌਲਾ ਪੈ ਗਿਆ, ਕਿਸੇ ਨੂੰ ਕੁਛ ਨਾ ਪਤਾ ਲੱਗਾ। ਸਿੱਧਨ ਮਤਸਰ ਧਰ ਕੀਏ ਖਾਮੀ। ਸਿੱਧਾਂ ਨੇ ਈਰਖਾਲੂ ਹੋ ਕੇ ਇਹ ਖੋਟਾ ਕੰਮ ਕੀਤਾ ਸੀਗਾ। ਸਰਵ ਜਾਣ ਕਰ ਅੰਤਰਯਾਮੀ। ਇਹ ਗੱਲ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਾਣ ਲਿਆ ਬਈ ਇਹ ਸਾਨੂੰ ਨੀਵਾਂ ਦਿਖਾਉਣ ਖਾਤਰ ਇਹਨਾਂ ਨੇ ਸਾਰੀ ਇਹ ਖਟਿਆਈ, ਜਿਹੜਾ ਖੜਯੰਤਰ ਰਚਿਆ, ਜੋ ਵੀ ਸਿਆਸਤ ਖੇਡੀ, ਉਹ ਇਹਨਾਂ ਨੇ ਖੇਡਣਾ ਕੀਤੀ ਹੈ। ਇਹਨਾਂ ਨੇ ਰਲ ਕਰਕੇ ਇਹ ਪਾਰਟ ਸੀਨ ਕੀਤਾ ਹੈ। ਇਹਨਾਂ ਨੇ ਲੋਟਾ ਜਿਹੜਾ ਗਵਾਉਣਾ ਕੀਤਾ ਹੈ। ਤੇ ਅੰਤਰਜਾਮੀ ਤੋਂ ਹੁਣ ਸਤਿਗੁਰ ਜਾਣੀ ਜਾਣ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ।
ਜਿਹੜੇ ਜਾਣੀ ਜਾਣਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰਾ ਪਤਾ ਸੀਗਾ ਵੀ ਇਹਨਾਂ ਨੇ ਆਹ ਖੜਯੰਤਰ ਸਾਨੂੰ ਇੱਥੋਂ ਭਜਾਉਣ ਵਾਸਤੇ ਕੀਤਾ ਹੈ। ਲੋਟੇ ਦੇਵਾ ਸਤ ਕੋਸ ਪਹੁੰਚਾਇਓ 200 ਕੋਹ ਜਿਹੜਾ ਲੋਟਾ ਸੀਗਾ ਨਾ ਆਕਾਸ਼ ਦੇ ਵਿੱਚ ਕਹਿੰਦੇ ਟੰਗ ਦਿੱਤਾ। ਨਭ ਮੈਂ ਕਰਕੇ ਸ਼ਕਤ ਟਿਕਾਇਓ ਸਿੱਧਾਂ ਨੇ ਸ਼ਕਤੀ ਦੇ ਨਾਲ ਕਹਿੰਦੇ ਪਤਾ ਹੀ ਨਾ ਲੱਗੇ, ਕੋਈ ਲੱਭ ਹੀ ਨਾ ਸਕੇ। ਕਹਿੰਦੇ 200 ਕੋਹ 500 ਕਿਲੋਮੀਟਰ ਉੱਤੇ ਆਕਾਸ਼ ਦੇ ਵਿੱਚ ਕਹਿੰਦੇ ਆਪਦੀ ਸ਼ਕਤੀ ਨਾਲ ਟਿਕਾ ਦਿੱਤਾ। ਸ੍ਰੀ ਗੁਰੂ ਬਿਨਾ ਬਿਲਮ ਤਹਿ ਜਾਈ ਸਤਿਗੁਰੂ ਜੀ ਨੇ ਤੁਰੰਤ ਕਹਿੰਦੇ ਉਸ ਵੇਲੇ ਹੀ ਸਿੱਧਾਂ ਦੀ ਇਸ ਖਨਾਮੀ ਨੂੰ ਪਕੜ ਲਿਆ। ਇਹ ਜਿਹੜੀ ਕਾਰ ਸ਼ੈਤਾਨੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧੌਣੋਂ ਫੜ ਲਏ ਹਨ। ਹਾਥ ਉਠਾਏ ਦੀਨ ਤਹਿਤਾਈ ਹੱਥ ਉਠਾ ਕੇ ਸੱਚੇ ਪਾਤਸ਼ਾਹ ਜੀ ਨੇ ਲੋਟਾ ਜਿੱਥੇ ਲਕੋਇਆ ਸੀ ਉੱਥੋਂ ਕੱਢ ਲਿਆਂਦਾ। ਭੇਖ ਅਜਮਤ ਬਨ ਸਿਧ ਰਸਾਏ ਜਦੋਂ ਮਹਾਰਾਜ ਜੀ ਦੀ ਕਰਾਮਾਤ ਕੌਤਕ ਨੂੰ ਦੇਖਿਆ ਤੇ ਜੋਗੀ ਬੜੇ ਕ੍ਰੋਧ ਦੇ ਵਿੱਚ ਆ ਗਏ। ਚਰਚਾ ਹੇਤ ਨਿਕਟ ਚਲ ਆਏ ਮਹਾਰਾਜ ਜੀ ਨਾਲ ਕ੍ਰੋਧਵਾਨ ਹੋ ਕੇ ਫੇਰ ਕਹਿੰਦੇ ਚਰਚਾ ਕਰਨੀ ਹੈ। ਸਤਿਗੁਰੂ ਸਾਹਿਬ ਜੀ ਕੋਲ ਚੱਲ ਕੇ ਮਹਾਰਾਜ ਕਹਿੰਦੇ ਕਰੋ ਭਾਈ ਚਰਚਾ ਕਰੋ। ਕੀ ਸਵਾਲ? ਤੁਸੀਂ 100 ਸਵਾਲ ਕਰੋ, ਮੈਂ ਜਵਾਬ ਦਊਂ। ਜੇ ਮੈਂ ਇੱਕ ਸਵਾਲ ਕਰਤਾ ਨਾ ਤੁਹਾਡੀ ਨਾਨੀ ਮਰ ਜਾਣੀ ਹੈ। ਤੁਸੀਂ 100 ਸਵਾਲ ਕਰੋ, ਮੈਂ ਜਵਾਬ ਦਊਂ। ਤੇ ਜੇ ਮੈਂ ਇੱਕ ਸਵਾਲ ਕਰਤਾ ਤੁਹਾਡੇ ਕੋਲ ਜਵਾਬ ਨਹੀਂ ਆਉਣਾ, ਫਿਰ ਦੇਖ ਲਓ। ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਤਰ੍ਹਾਂ ਨਾਲ ਜਿਹੜੀ ਖੁੰਦਕ ਕਰਦੇ ਹਨ। ਭੰਗਰਨਾਥ ਭਨੇ ਅਤਮਾਨੀ ਤੇ ਇਸ ਤਰ੍ਹਾਂ ਨਾਲ ਅਤੀ ਹੰਕਾਰੀ ਜਿਹੜਾ ਭੰਗਰਨਾਥ ਸੀਗਾ ਨਾ ਉਹ ਬੋਲਿਆ ਰੀਤ ਗਿਆਨ ਤੇ ਏਕ ਨ ਜਾਨੀ ਕਹਿੰਦੇ ਤੈਨੂੰ ਤਾਂ ਗਿਆਨ ਦਾ ਢੰਗ ਦਾ ਉੱਕਾ ਪਤਾ ਹੀ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਬਿਮਲ ਦੂਧ ਮੈਂ ਕਾਂਜੀ ਪਾਈ ਤੂੰ ਗਿਆਨ ਰੂਪੀ ਦੁੱਧ ਦੇ ਵਿੱਚ ਆ ਕਰਕੇ ਜਿਹੜੀ ਹੈ ਲੱਸੀ ਗ੍ਰਸਤੀ ਰੂਪ ਲੱਸੀ ਦੀ ਕਾਂਜੀ ਲੱਸੀ ਰੂਪ ਕਾਂਜੀ ਪਾਰ ਦਿੱਤੀ ਹੈ। ਸਗਰੋ ਫਿਰ ਗਇਓ ਦੂਧ ਗਵਾਈ ਸਾਰਾ ਗਿਆਨ ਰੂਪ ਦੁੱਧ ਗਵਾ ਦਿੱਤਾ ਤੂੰ। ਆ ਗ੍ਰਸਤੀ ਹੋ ਕਰਕੇ ਆ ਗ੍ਰਸਤ ਪੁਣੇ ਦੀ ਲੱਸੀ ਜਿਹੜੀ ਗਿਆਨ ਰੂਪ ਦੁੱਧ ਚ ਪਾ ਕੇ ਸਾਰਾ ਕੰਮ ਖਰਾਬ ਕਰ ਦਿੱਤਾ। ਭੰਗਰਨਾਥ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਬਹਰੋ ਮਥਨ ਕਰੇ ਜੋ ਤਾਹੀ ਤੇ ਜਿਹੜਾ ਫੇਰ ਇਹਨੂੰ ਮਥਨ ਕਰੂਗਾ ਫੇਰ ਇਹਦੇ ਵਿੱਚੋਂ ਕੀ ਨਿਕਲਣਾ? ਜਦੋਂ ਵਿਰਾਗ ਗਵਾ ਕੇ ਗ੍ਰਸਤ ਚ ਵੜ ਗਿਆ ਫੇਰ ਜਵਾਕਾਂ ਚ ਕਹਿੰਦਾ ਇਹਦੇ ਵਿੱਚੋਂ ਕੀ ਨਿਕਲਣਾ? ਕੁਛ ਨਹੀਂ ਨਿਕਲਣਾ। ਮਾਖਨ ਕਿਸ ਵਿਦ ਪਾਵੈ ਨਹੀਂ ਗਿਆਨ ਰੂਪ ਮੱਖਣ ਕਿਵੇਂ ਪਾਵੇਂਗਾ ਤੂੰ? ਇਸ ਤਰ੍ਹਾਂ ਬੋਲਿਆ ਹੈ। ਪੂਰਬ ਹੋਏ ਉਦਾਸੀ ਫਿਰਿਓ ਪਹਿਲਾਂ ਤੋਂ ਜਾ ਕੇ ਉਦਾਸੀਆਂ ਕੀਤੀਆਂ, ਲੋਕਾਂ ਨੂੰ ਜਾ ਕੇ ਉਪਦੇਸ਼ ਦਿੱਤੇ ਐ। ਵੇਖ ਵਕੀਰੀ ਤਨ ਮੈਂ ਕਰਿਓ ਭਗਵੇਂ ਕੱਪੜੇ ਧਾਰਨ ਕਰ ਫਕੀਰੀ ਵੇਸ ਜਿਹੜਾ ਧਾਰਨ ਕਰ ਲਿਆ। ਦੇਸ਼ ਵਿਦੇਸ਼ਨ ਰਟਨੋ ਕੀਨੋ ਤੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਰਟਨ ਕੀਤਾ ਨੌਖੰਡ ਸੱਤ ਦੀਪਾਂ ਵਿੱਚ। ਨਿਜ ਉਪਦੇਸ਼ਨ ਨਰਨ ਕਉ ਦੀਨੋ ਤੇ ਆਪਦਾ ਉਪਦੇਸ਼ ਜਾ ਜਾ ਕੇ ਲੋਕਾਂ ਨੂੰ ਦੇਣਾ ਕੀਤਾ ਹੈ। ਦਰਖਤ ਪਇਓ ਤਜ ਸਰਵਰ ਘਰਦਿਆਂ ਨੂੰ ਤਿਆਗਤਾ, ਮੁੰਡੇ ਕੁੜੀਆਂ ਤਿਆਗਤੇ, ਸਾਰਾ ਪਰਿਵਾਰ ਤੇ ਕਾਰੋਬਾਰ ਤੇ ਖੇਤੀਬਾੜੀ ਤੇ ਮਾਂ ਪਿਓ ਤੇ ਨੌਕਰੀ ਤੇ ਕੋਈ ਸਾਰਾ ਤਿਆਗ ਕੇ ਫਿਰਦਾ ਰਿਹਾ। ਕੀਨ ਫਕੀਰੀ ਜਗਤ ਮਝਾਰਾ ਤੇ ਸੰਸਾਰ ਦੇ ਵਿੱਚ ਫਕੀਰੀ ਕੀਤੀ ਹੈ ਧਾਰਨ ਕਰਕੇ ਇਹ ਭਗਵੇਂ ਕੱਪੜੇ ਪਾ ਕੇ। ਅਵਤੇ ਪਹਿਰੇ ਚੀਰ ਸੰਸਾਰੀ ਤੇ ਹੁਣ ਨਹੀਂ ਨਾਨਕਾ ਤੂੰ ਫਕੀਰ ਰਹਿ ਗਿਆ। ਹੁਣ ਤੂੰ ਜਿਹੜੇ ਕੱਪੜੇ ਆ ਸੰਸਾਰੀ ਆ ਕੇ ਪਾ ਲੈ। ਤੂੰ ਖੇਤੀ ਕਰਦਾ, ਤੂੰ ਜੱਟ ਬੂਟ ਹੀ ਐ। ਇਸ ਤਰ੍ਹਾਂ ਬੋਲਿਆ। ਹਵੇ ਕਰ ਬੈਠਿਓ ਬੜ ਪ੍ਰਕਾਰੀ ਹੁਣ ਤਾਂ ਤੇਰਾ ਪਰਿਵਾਰ ਮੁੰਡੇ ਕੁੜੀਆਂ ਤੇ ਤੂੰ ਹੁਣ ਸੰਤ ਨਹੀਂ ਰਹਿ ਗਿਆ। ਕੋਈ ਤੇਰੇ ਵਿੱਚ ਸੰਤਤਾਈ ਦਾ ਲੱਛਣ ਨਹੀਂ ਰਹਿ ਗਿਆ। ਤਤ ਰੂਪ ਪਹਿਚਾਨਿਓ ਨਹੀਂ ਤੂੰ ਤਤ ਰੂਪ ਨੂੰ ਜਾਣਿਆ ਨਹੀਂ ਹੈ ਪ੍ਰਮਾਤਮਾ ਨੂੰ। ਇਸ ਤਰ੍ਹਾਂ ਭੰਗਰਨਾਥ ਗੁੱਸੇ ਦੇ ਵਿੱਚ ਈਰਖਾ ਕਰਕੇ ਮਹਾਰਾਜ ਜੀ ਨੂੰ ਸਿੱਧਾ ਹੀ ਬੋਲਿਆ ਹੈ। ਗੌਰਵ ਫਸੋ ਗ੍ਰਸਤਨ ਕੇ ਮਾਹੀ ਤੇ ਤੂੰ ਗ੍ਰਸਤ ਦੇ ਵਿੱਚ ਫਸ ਕੇ ਆਪਦਾ ਜਨਮ ਬਰਬਾਦ ਕਰ ਲਿਆ। ਕਹਿੰਦਾ ਜਿਸ ਮਹਿ ਪ੍ਰਵੇਸ਼ ਹੈਵੇ ਨਾ ਉਧਾਰ ਆ ਗ੍ਰਸਤ ਧਰਮ ਦੇ ਵਿੱਚ ਤਾਂ ਪ੍ਰਵੇਸ਼ ਹੋ ਕੇ ਉਧਾਰ ਨਹੀਂ ਹੋ ਸਕਦਾ। ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਮਾਂ ਤੋਂ ਜਨਮ ਲਿਆ ਕਿ ਕਿਸੇ ਦਰਖਤ ਦਰੁਖਤ ਤੋਂ ਉੱਗਿਆ, ਕਿਸੇ ਬੱਟ ਬੁੱਟ ਤੇ ਮੂਲੀ ਦੀ ਤਰ੍ਹਾਂ ਉੱਗਿਆ ਕਿ ਕਿਸੇ ਮਾਂ ਤੋਂ ਜਨਮ ਲਿਆ? ਕੋਈ ਤੇਰਾ ਵੀ ਪਿਓ ਹੋਊਗਾ ਹੀ, ਕਿਸੇ ਗ੍ਰਸਤ ਤੋਂ ਜਨਮ ਲਿਆ ਹੋਊਗਾ, ਕਿਸੇ ਮਾਂ ਦੀ ਕੁੱਖ ਤੋਂ ਹੀ ਜਨਮ ਲਿਆ ਹੋਊਗਾ। ਗ੍ਰਸਤ ਨੂੰ ਇੰਨਾ ਨਿੰਦਦਾ ਤਾਂ ਇਸ ਤਰ੍ਹਾਂ ਗ੍ਰਸਤ ਦੀ ਨਿੰਦਿਆ ਕੀਤੀ। ਕਹਿੰਦੇ ਗ੍ਰਸਤ ਦੇ ਵਿੱਚ ਫਸਿਆ, ਇਹਦੇ ਵਿੱਚ ਮੁਕਤੀ ਨਹੀਂ ਹੋ ਸਕਦੀ। ਵੀ ਆਪ ਤਾਂ ਜਿਵੇਂ ਐ ਲੱਗਦਾ ਜਿਵੇਂ ਵੱਟ ਤੇ ਉੱਗਿਆ ਹੁੰਦਾ, ਜਿਵੇਂ ਉੱਪਰੋਂ ਪ੍ਰਮਾਤਮਾ ਨੇ ਮੀਂਹ ਪਾਇਆ ਹੋਵੇ, ਧਰਤੀ ਚੋਂ ਉੱਗਿਆ ਹੋਵੇ। ਬਈ ਇਹ ਜੇਰਜ ਖਾਣੀ ਦੇ ਵਿੱਚੋਂ ਨਹੀਂ,
ਜਿਵੇਂ ਸਵੇਤ ਜਾਂ ਉਤਪੁਜ ਖਾਣੀ ਦੇ ਵਿੱਚੋਂ ਪੈਦਾ ਹੋਇਆ ਹੋਵੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਗੱਲਾਂ ਕਰਦਾ, ਨਾਲੇ ਆਪ ਇਸ ਮਾਤਾ ਦੇ ਪੇਟ ਤੋਂ ਹੀ ਜਨਮ ਲੈਣਾ ਕੀਤਾ ਹੈ। ਭਾਂਤ ਕੇ ਬੰਦੇ ਜੰਜਾਰ, ਕਹਿੰਦਾ ਅਨੇਕ ਪ੍ਰਕਾਰ ਦੇ ਜੰਜਾਲ ਵੱਧਦੇ ਹਨ ਗ੍ਰਸਤ ਦੇ ਵਿੱਚ। ਗ੍ਰਸਤ ਵਿੱਚ ਪ੍ਰਵੇਸ਼ ਹੋ ਕੇ ਮੁਕਤ ਨਹੀਂ ਹੋ ਸਕੀਦਾ। ਭੰਗਰਨਾਥ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ, ਸੁਣ ਕੇ ਸ੍ਰੀ ਗੁਰੂ ਬਚਨ ਵਿਖਾਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਗੱਲ ਸੁਣ ਕੇ ਫਿਰ ਇਸ ਤਰ੍ਹਾਂ ਜਵਾਬ ਦਿੱਤਾ, ਭੰਗਰ ਤਤ ਨਾ ਲਖਿਓ ਅਜਾਨੇ। ਓ ਭੰਗਰਨਾਥਾ, ਤੂੰ ਅਗਿਆਨੀ ਐ, ਤੂੰ ਤਤ ਨੂੰ ਪਛਾਣਿਆ ਨਹੀਂ। ਤੇਰੀ ਮਾਤ ਕੁਚਜੀ ਆਈ, ਤੇਰੀ ਗੁਰੂ ਰੂਪੀ ਮਾਂ ਹੈ ਨਾ ਜਿਹੜੀ, ਉਹ ਕੁਚੱਜੀ ਨਾਮ ਮੂਰਖ ਸੀਗੀ, ਬਹੁਤ ਵੱਡੀ। ਭਾਂਡਾ ਧੋਵਨ ਜਾਣਿਓ ਨਹੀਂ, ਉਹਨੇ ਜਿਹੜਾ ਇਹ ਨਾ ਮਨ ਰੂਪ ਭਾਂਡਾ ਤੇਰਾ ਧੋਤਾ ਹੀ ਨਹੀਂ ਹੈ। ਤੇ ਮਾਖਣ ਹੱਥ ਨਾ ਆਵਾ, ਇਸ ਕਰਕੇ ਗਿਆਨ ਰੂਪ ਮੱਖਣ ਭੰਗਰਨਾਥਾ ਤੈਨੂੰ ਹੱਥ ਹੀ ਨਹੀਂ ਲੱਗਾ। ਜੰਮਿਓ ਨਾ ਦੁੱਧ ਨਾ ਮਾਨ ਗਵਾਵਾ, ਤੇ ਨਾ ਤੂੰ ਮਾਣ ਗਵਾਉਣਾ ਕੀਤਾ। ਜੇ ਮਾਣ ਨੂੰ ਗਵਾਉਂਦਾ ਤਾਂ ਦੁੱਧ ਜੰਮਦਾ, ਫੇਰ ਹੀ ਗਿਆਨ ਦਾ ਮੱਖਣ ਪ੍ਰਾਪਤ ਹੁੰਦਾ। ਮਾਣ ਰੂਪ ਤੂੰ ਗਵਾਇਆ ਨਹੀਂ, ਦੁੱਧ ਜੰਮਿਆ ਨਹੀਂ। ਮਹਾਰਾਜ ਜੀ ਕਹਿੰਦੇ ਤੇ ਦੁੱਧ ਜੰਮਿਆ ਨਹੀਂ ਤੇ ਗਿਆਨ ਰੂਪ ਮੱਖਣ ਮਹਾਰਾਜ ਕਹਿੰਦੇ ਕਿੱਥੋਂ ਪੈਦਾ? ਤੇਰੇ ਇੰਦੇ ਈਰਖਾ ਦੀਆਂ ਲਾਟਾਂ ਅੰਦਰ ਬਲਦੀਆਂ ਨੇ, ਦੱਸ ਗਿਆਨ ਕਿੱਥੋਂ ਤੇਰੇ ਨੇੜੇ ਆ ਜਾਊਗਾ? ਛੋੜ ਗ੍ਰਸਤ ਕੋ ਪਇਓ ਅਤੀਤ, ਫੇਰ ਮਹਾਰਾਜ ਜੀ ਕਹਿੰਦੇ ਗ੍ਰਸਤ ਨੂੰ ਛੱਡ ਕੇ ਤੂੰ ਤਿਆਗੀ ਹੋ ਗਿਆ, ਪਹਾੜਾਂ ਦੇ ਵਿੱਚ ਜਾ ਕੇ ਲੁਕ ਗਿਆ। ਬਹਰੋ ਰਹੀ ਪ੍ਰੀਤ ਚਿਤਨੀਤ, ਤੇ ਫੇਰ ਤੁਹਾਡੀ ਨੀਅਤ ਹੈ ਜਿਹੜੀ ਨਿਤ ਗ੍ਰਸਤ ਦੇ ਵਿੱਚ ਰਹੀ, ਭੋਗਾਂ ਪਦਾਰਥਾਂ ਖਾਣਿਆਂ ਪੀਣਿਆਂ ਖੀਰ ਕੜਾਹਾਂ ਦੇ ਵਿੱਚ, ਕਿ ਗ੍ਰਸਤੀਆਂ ਦੇ ਜਾ ਕੇ ਰੋਟੀਆਂ ਖਾਈਏ, ਗ੍ਰਸਤੀ ਸਾਨੂੰ ਕੱਪੜੇ ਦੇਣ, ਗ੍ਰਸਤੀ ਸਾਡੇ ਜਿਹੜੇ ਕੱਪੜੇ ਅਰਦਾਸਾਂ ਕਰਾਉਣ, ਪੈਸੇ ਦੇਣ, ਤੇ ਆਹ ਚੀਜ਼ਾਂ ਦੇ ਵਿੱਚ ਤੁਹਾਡੀ ਨੀਤ ਰਹੀ ਹੈ। ਤਿਆਗ ਕੇ ਵੀ ਭੋਜਨ ਹਿਤ ਮੰਗਤ ਮੰਗਨ ਹਿਤ ਜਾਈ, ਤੇ ਰੋਟੀਆਂ ਖਾਣ ਵਾਸਤੇ ਆਪਦਾ ਗੁਜ਼ਰਾਨ ਕਰਨ ਨੂੰ ਮਹਾਰਾਜ ਜੀ ਕਹਿੰਦੇ ਭੰਗਰਨਾਥਾ ਜਾ ਕੇ ਫੇਰ ਗ੍ਰਸਤੀਆਂ ਦੇ ਘਰੀ ਖੱਪਰ ਚੱਕ ਚੱਕ ਕੇ ਮੰਗਦੇ ਹੋ, ਜਿਨ੍ਹਾਂ ਨੂੰ ਨਿੰਦਦੇ ਹੋ, ਜਿਹੜੇ ਕਹਿੰਦੇ ਹੋ ਮਾੜੇ, ਤੇ ਉੱਥੋਂ ਹੀ ਜਾ ਕਰਕੇ ਫਿਰ ਆਪਦੀਆਂ ਲੋੜਾਂ ਪੂਰੀਆਂ ਕਰਦੇ ਹੋ। ਉਹਨਾਂ ਦੀ ਮਰਿਆਂ ਜੰਮਿਆਂ ਦੇ ਕਾਰਜ ਕਰਦੇ ਹੋ, ਮਰਿਆਂ ਜੰਮਿਆਂ ਦੀਆਂ ਉਹਨਾਂ ਦੀਆਂ ਅਰਦਾਸਾਂ, ਮਰਿਆਂ ਜੰਮਾਂ ਦੇ ਉਹਨਾਂ ਦੀ ਪਾਠ ਕਰਦੇ ਹੋ ਜਾ ਕੇ। ਜਾਂ ਤਾਂ ਗ੍ਰਸਤ ਤਿਆਗ ਤਾਂ ਛੱਡੋ ਵੀ ਅਸੀਂ ਕਰਨਾ ਹੀ ਨਹੀਂ, ਇੱਕ ਪਾਸੇ ਹੋ ਗਏ, ਨਾ ਤੁਹਾਡਾ ਪਾਠ ਕਰੀਏ ਨਾ ਜੰਮਿਆਂ ਦਾ ਮਰਿਆਂ ਦਾ, ਤੇ ਨਾਲੇ ਉਹਨਾਂ ਦੀ ਪਾਠ ਕਰਦੇ ਹੋ, ਉਹਨਾਂ ਦੀ ਅਰਦਾਸਾਂ ਕਰਦੇ ਹੋ, ਤੇ ਫੇਰ ਕਹਿੰਦੇ ਹੋ ਗ੍ਰਸਤੀ ਜਿਹੜੇ ਆ ਮਾੜੇ ਆ। ਤਾਂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਐ ਤੁਸੀਂ ਗਿਆਨ ਨੂੰ ਲਾਂਬੂ ਲਾ ਲਿਆ, ਅੱਗ ਲਾ ਲਈ ਗਿਆਨ ਨੂੰ, ਤੁਹਾਡੇ ਗਿਆਨ ਵਸਿਆ ਨਹੀਂ ਹਿਰਦੇ ਦੇ ਵਿੱਚ। ਘਰ ਘਰ ਵਿਚਰਤ ਲਾਜ ਗਵਾਈ, ਘਰ ਘਰ ਵਿਚਰ ਕਰਕੇ ਤੁਸੀਂ ਸ਼ਰਮ ਹੀ ਲਾ ਦਿੱਤੀ ਐ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਘਰ ਘਰ ਭੀਖਿਆ ਲਿਓ ਤੇ ਕਿਸ ਕਿਸ ਉੱਤਰ ਦਿਓ। ਜੋਗੀ ਹੋਏ ਕਹ ਜੇ ਭਵਾਂ, ਤੇ ਜੇ ਜੋਗੀ ਹੋ ਕੇ ਘਰ ਘਰ ਭਿੱਖਿਆ ਲਵੋਗੇ ਤਾਂ ਫਿਰ ਉੱਤਰ ਕਿਹਨੂੰ ਕਿਹਨੂੰ ਜਾ ਕੇ? ਇੰਨੇ ਘਰਾਂ ਵਾਲਿਆਂ ਨੇ ਦਾਨ ਕੀਤੇ ਹੋਏ, ਇੰਨਿਆਂ ਨੇ ਭਿੱਖਿਆ ਪਾਈ ਹੋਈ, ਤੇ ਜਦੋਂ ਲੇਖਾ ਹੋਇਆ ਫਿਰ ਲੇਖਾ ਕਿਹਨੂੰ ਕਿਹਨੂੰ ਦਵੋਗੇ? ਉੱਥੇ ਤਾਂ ਗਾਹਾਂ ਲੈਣਾ ਲੱਗੀਆਂ ਹੋਣਗੀਆਂ ਲੇਖਾ ਲੈਣ ਵਾਲਿਆਂ ਦੀਆਂ। ਕੋਈ ਬੁੜੀ ਕਹੂਗੀ ਮੈਂ ਕੱਪੜੇ ਦਿੱਤੇ, ਕੋਈ ਕਹੂਗੀ ਮੈਂ ਸੇਵੀਆਂ ਖਵਾਈਆਂ, ਕੋਈ ਕਹੂਗੀ ਮੈਂ ਖੀਰ ਖਵਾਈ, ਕਹੂਗੀ ਮੈਂ 500 ਰੁਪਈਆ ਦਿੱਤਾ, ਕੋਈ ਕਹੂਗੀ ਮੈਂ ਇਹਨੂੰ ਭਾਂਡੇ ਦਿੱਤੇ, ਤੇ ਉੱਥੇ ਤਾਂ ਲੈਣ ਲੱਗੀ ਹੋਊਗੀ ਲੇਖਾ ਲੈਣ ਵਾਲਿਆਂ ਦੀ। ਫਿਰ ਲੇਖਾ ਕਿਹਨੂੰ ਕਿਹਨੂੰ ਦਵੋਗੇ ਜਾ ਕੇ? ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਝਾੜਨਾ ਕੀਤਾ ਵੀ ਇੰਨੀ ਭਗਤੀ ਹੈ ਨਹੀਂ ਵੀ ਜਿੱਥੇ ਉੱਥੇ ਲੇਖਾ ਦਵੋ। ਇਸ ਕਰਕੇ ਪਹਿਲਾਂ ਹੀ ਸੱਚੀ ਭਗਤੀ ਕਰੋ। ਤੁਹਾਡੇ ਸੱਚੀ ਭਗਤੀ ਨਹੀਂ ਹੈ ਹਿਰਦੇ ਦੇ ਵਿੱਚ। ਬਿਨ ਦਿੱਤੇ ਕੁਛ ਹੱਥ ਨਾ ਆਵੇ, ਮਹਾਰਾਜ ਕਹਿੰਦੇ ਦਿੱਤਾ ਲਈਐ ਆਪਣਾ, ਬਿਨ ਦਿੱਤਾ ਕੁਛ ਹੱਥ ਨਾ ਆਵੇ। ਆਪਦਾ ਦਿੱਤਾ ਹੀ ਪ੍ਰਾਪਤ ਹੁੰਦਾ। ਜੇ ਦਾਨ ਕਰਾਂਗੇ ਤਾਂ ਫਿਰ ਪ੍ਰਾਪਤ ਹੋਊਗਾ। ਜੇ ਆਪ ਕੁਛ ਦੇਣਾ ਨਹੀਂ, ਕਹੀਏ ਲਈਏ 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 ਮੰਗਦੇ, ਤੇ ਫਿਰ ਦੇਣਾ ਪਊ। ਮਹਾਰਾਜ ਕਹਿੰਦੇ ਨਰਕਾਂ 'ਚ ਜਾਣਾ ਪਊਗਾ। ਜੇ ਆਪਦਾ ਦਿੱਤਾ ਹੋਇਆ ਹੀ ਦਾਨ ਪ੍ਰਾਪਤ ਹੁੰਦਾ ਹੈ। ਤ੍ਰਿਸ਼ਨਾ ਧੀਨ ਸਦੀਵ ਭਰਮਾਵੈ, ਤ੍ਰਿਸ਼ਨਾਲੂ ਹੋ ਕੇ ਮਹਾਰਾਜ ਕਹਿੰਦੇ ਸਦਾ ਭਟਕੀਦਾ ਭੰਗਰਨਾਥਾ। ਤ੍ਰਿਸ਼ਨਾਲੂ ਹੋ ਕੇ ਕਦੇ ਵੀ ਕੁਛ ਪ੍ਰਾਪਤ ਨਹੀਂ ਹੁੰਦਾ, ਲੇਖਾ ਨਹੀਂ ਸਿਰੋਂ ਮੁੱਕਦਾ, ਸਗੋਂ ਤ੍ਰਿਸ਼ਨਾ ਦੇ ਵਿੱਚ ਤਾਂ ਲੇਖਾ ਸਿਰ ਚੜਦਾ ਜਾਂਦਾ ਹੈ। ਇਸ ਪ੍ਰਕਾਰ ਕੀ ਸੁਣ ਕਰਵਾਨੀ, ਇਸ ਤਰ੍ਹਾਂ ਦੇ ਬਚਨ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਜਦੋਂ ਨਿਕੰਟ ਅੱਖੇ ਆਖਣਾ ਕੀਤੇ ਹਨ। ਸ਼ੰਭੂਨਾਥ ਬਨੇ ਬੜ ਬਨ ਮਾਨੀ, ਉਸ ਵੇਲੇ ਜਿਹੜਾ ਬਹੁਤ ਮਾਨ ਦੇ ਵਿੱਚ ਸ਼ੰਭੂਨਾਥ ਸੀਗਾ ਨਾ,
ਇਹ ਜਿਹੜਾ ਗੱਲ ਸੁਣ ਕਰਕੇ ਬੜਾ ਹੰਕਾਰੀ ਸ਼ੰਭੂਨਾਥ ਗੁਰੂ ਨਾਨਕ ਦੇਵ ਜੀ ਦੇ ਅੱਗੇ ਬੋਲਿਆ। ਕਿਆ ਤੈਂ ਜਗਤ ਕੋ ਸ਼ਕਤ ਦਿਖਾਈ। ਕਹਿਣ ਲੱਗਾ ਤੂੰ ਸੰਸਾਰ ਨੂੰ ਕੀ ਸ਼ਕਤੀ ਕੌਤਕ ਦਿਖਾਉਣਾ ਕੀਤਾ। ਹਮੇ ਦਿਖਾਏ ਬਿਲਮ ਕਿਉਂ ਲਾਈ। ਸਾਨੂੰ ਵੀ ਦਿਖਾ, ਸਾਨੂੰ ਵੀ ਦੱਸ ਕਿਉਂ ਤੂੰ ਦੇਰੀ ਲਾਈ ਹੈ। ਕਹਿ ਤੁਮ ਦੁਰਹਾ ਖੋਜ ਹਮ ਲਿਆਵ ਹੈ। ਫੇਰ ਇਹ ਜਿਹੜਾ ਸੀਗਾ ਨਾ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦਾ ਸ਼ੰਭੂਨਾਥ ਤੂੰ ਲੋਕੇ ਦਿਖਾ, ਕਹਿ ਤੁਮ ਦੁਰੋ, ਤੂੰ ਲੋਕੇ ਦਿਖਾ, ਤੈਨੂੰ ਲੱਭ ਕੇ ਦਿਖਾ ਦੇਾਂਗੇ। ਨਾ ਤਾਂ ਹਮ ਦੁਰਹਿਨ ਹਾਥ ਨਹਿ ਆਵੇ ਹੈ। ਜਾਂ ਫਿਰ ਤੂੰ ਸਾਨੂੰ ਸੂਖਮ ਤੱਤਾਂ ਦੇ ਵਿੱਚੋਂ ਲੱਭ ਕੇ ਦਿਖਾ, ਸੀ ਲੋਪ ਹੁੰਨੇ ਆ, ਗੁਪਤ ਰੂਪ ਧਾਰਨ ਕਰਦੇ ਹਾਂ। ਇਸ ਤਰ੍ਹਾਂ ਹੰਕਾਰ ਦੇ ਵਿੱਚ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਦੋਰਾ ਗੁਰੂ ਕਹੈ ਤੁਮੈ ਸ਼ਕਤ ਹੋ ਦਿਖਰਾਵਹ ਨ ਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਭੰਗਰਨਾਥ ਸ਼ੰਭੂਨਾਥ ਤੁਸੀਂ ਭਾਈ ਸ਼ਕਤੀਵਾਨ ਹੋ, ਤੁਸੀਂ ਸ਼ਕਤੀ ਦਿਖਾ ਸਕਦੇ ਹੋ। ਅਸੀਂ ਤਾਂ ਨਿਮਾਣੇ ਉਸ ਪ੍ਰਮਾਤਮਾ ਦੇ ਸੇਵਕ ਹਾਂ, ਝਾੜੂ ਬਰਦਾਰ ਹਾਂ, ਅਸੀਂ ਨਹੀਂ ਸ਼ਕਤੀਆਂ ਦਿਖਾਉਂਦੇ ਕਿਸੇ ਨੂੰ। ਦੁਰੋ ਜਾਹੇ ਉਰ ਚਾਹੇ ਜੇ ਨਿਜ ਨਿਜ ਬਲਵ ਸਭ ਧਾਰ। ਮਹਾਰਾਜ ਕਹਿੰਦੇ ਜੇ ਨਹੀਂ ਟਿਕਾ ਆਉਂਦਾ ਨਾ ਜਾ ਕੇ ਲੁਕ ਜਾਓ, ਲੱਭ ਲਵਾਂਗੇ ਆਪੇ ਜਿੱਥੇ ਵੀ ਲੁਕ ਜਾਓਗੇ। ਚੌਪਈ ਸੁਣ ਕੇ ਸਿੱਧਨ ਮਤੇ ਮਤਾਈ। ਸੁਣ ਕਰਕੇ ਮਹਾਰਾਜ ਦੀ ਗੱਲ ਨੂੰ ਸਿੱਧਾਂ ਨੇ ਇਸ ਤਰ੍ਹਾਂ ਮਤ ਕੀਤਾ, ਮਤਾ ਕੀਤਾ। ਪ੍ਰਥਕ ਦਸੋ ਦਿਸ਼ ਦੁਰੀਏ ਜਾਈ। ਕਹਿੰਦੇ ਅੱਡ ਅੱਡ ਹੋ ਕੇ ਦਸ਼ਾਂ ਦਿਸ਼ਾਵਾਂ ਚ ਲੁਕ ਜਾਓ, ਜਾ ਕੇ ਸੂਖਮ ਰੂਪ ਧਾਰਨ ਕਰ ਲੋ। ਕੋਈ ਕੀੜੀ ਬਣ ਜਾਓ, ਕੋਈ ਜੂੰ ਬਣ ਜਾਓ। ਕਹਿੰਦੇ ਕਿੱਥੋਂ ਲੱਭ ਲਊਗਾ ਇਹਨਾਂ ਨੂੰ। ਇਹ ਨਹੀਂ ਪਤਾ ਵੀ ਜਦੋਂ ਪਈਆਂ ਨਾ ਖੜਾਵਾਂ ਸਿਰ ਦੇ ਵਿੱਚ, ਜਦੋਂ ਨੋਹਾਂ ਤੇ ਰੱਖ ਤੇ ਮਸਲ ਕੇ ਮਹਾਰਾਜ ਨੇ, ਫੇਰ ਪਤਾ ਲੱਗੂਗਾ। ਫਿਰ ਹੱਥ ਜੋੜੋਗੇ, ਕਹੋਗੇ ਬਸ ਬਾਬਾ ਬਸ ਛੱਡ ਦੇ ਸਾਨੂੰ, ਅਸੀਂ ਉਹੀ ਆ, ਮੈਂ ਫਲਾਣਾ ਆ, ਮੈਂ ਢੰਗਾਣਾ ਆ। ਤਾਂ ਸਤਿਗੁਰੂ ਸਾਹਿਬ ਜੀ ਨੂੰ ਕਹਿੰਦੇ ਇਸ ਤਰ੍ਹਾਂ ਕਰਾਮਾਤ, ਕਹਿੰਦੇ ਕਰਾਮਾਤ ਪ੍ਰਿਥਕ ਦਸ਼ੋ ਦਿਸ਼ ਦੁਰੀਏ ਜਾਈ। ਕਹਿੰਦੇ ਦਸ਼ਾਂ ਦਿਸ਼ਾਵਾਂ ਦੇ ਵਿੱਚ ਜਾ ਕੇ ਭਾਈ ਗੁਪਤ ਹੋ ਜਾਓ। ਸ਼ੰਭੂਨਾਥ ਪ੍ਰਾਚੀ ਦਿਸ਼ ਗਇਓ। ਉਸੇ ਵੇਲੇ ਜਿਹੜਾ ਸ਼ੰਭੂਨਾਥ ਸੀਗਾ ਸਾਧ ਸੰਗਤ ਜੀ ਪ੍ਰਾਚੀ ਦਿਸ਼ਾ ਦੇ ਵਿੱਚ, ਕਹਿੰਦੇ ਪੂਰਬ ਦਿਸ਼ਾ ਦੇ ਵੱਲ ਜਾ ਕਰਕੇ ਲੁਕ ਗਿਆ। ਭੰਗਰ ਪਸ਼ਚਮ ਦੁਰਤਾ ਪਿਓ। ਤੇ ਜਿਹੜਾ ਭੰਗਰਨਾਥ ਸੀਗਾ ਉਹ ਕਹਿੰਦੇ ਪੱਛਮ ਦਿਸ਼ਾ ਦੇ ਵਿੱਚ ਜਾ ਕੇ ਗੁਪਤ ਸੂਖਮ ਰੂਪ ਧਾਰਨ ਕਰ ਲਿਆ। ਜਿੱਥੋਂ ਕੁਛ ਨਾ ਲੱਭੇ ਮਿੱਟੀ 'ਚ ਮਿੱਟੀ ਹੋ ਗਿਆ। ਊਰਮ ਧੂਰਮ ਉੱਤਰ ਮਾਹੀ। ਉੱਤਰ ਦਿਸ਼ਾ ਦੇ ਵਿੱਚ ਊਰਮ ਧੂਰਮ ਨਾਥ ਜਿਹੜੇ ਸਨ ਇਹ ਜਾ ਕੇ ਕਹਿੰਦੇ ਲੁਕ ਗਏ। ਇਹਨਾਂ ਦਾ ਸਿੱਧ ਗੋਸ਼ਟ ਵੀ ਨਾਮ ਆਇਆ। ਊਰਮ ਧੂਰਮ ਸੁਰੋਂ ਜੰਜਾਲਾ, ਲਿਖ ਪਾਂਡੇ ਕਿਆ ਲਿਖੋ ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਇਸ ਤਰ੍ਹਾਂ ਊਰਮ ਧੂਰਮ ਜਿਹੜੇ ਸਨ ਇਹ ਵੀ ਜਾ ਕੇ ਲੁਕ ਗਏ ਹਨ। ਦਛਨ ਵਿੱਚ ਮਛੰਦਰ ਜਾਈ। ਮਛੰਦਰਨਾਥ ਸੀਗਾ ਜਿਹੜਾ ਇਹ ਦੱਖਣ ਦੀ ਦਿਸ਼ਾ ਦੇ ਵਿੱਚ ਜਾ ਕੇ ਗੁਪਤ ਰੂਪ ਹੋ ਗਿਆ। ਪਾਵਕ ਕੌਣ ਕਨਕ ਸਿੱਧ ਗਇਓ। ਤੇ ਕਹਿੰਦੇ ਇਸ ਪ੍ਰਕਾਰ ਦੇ ਨਾਲ ਕੋਈ ਸਿੱਧ ਸੀਗਾ ਜਿਹੜਾ ਕਹਿੰਦੇ ਭਾਈ ਪੂਰਬ ਦੱਖਣ ਦੀ ਦਿਸ਼ਾ ਦੇ ਵਿੱਚ ਕਨਕ ਨਾਮੀ ਸਿੱਧ ਸੀਗਾ ਜਿਹੜਾ ਉਹ ਚਲਿਆ ਗਿਆ। ਕੋਈ ਰੇਤਾ ਰੂਪ ਹੋ ਗਿਆ ਤੇ ਕੋਈ ਕਹਿੰਦੇ ਧਾਤ ਰੂਪ ਹੋ ਗਿਆ। ਲੰਗਰ ਬਾਇਵ ਵਿਦੇ ਵਿਗਦਿਓ। ਜਿਹੜਾ ਲੰਗਰਨਾਥ ਸੀਗਾ ਜਿਹੜਾ ਕਹਿੰਦੇ ਉਹ ਪੱਛਮ ਉੱਤਰ ਦੇ ਦਿਸ਼ਾਵੀ ਅਗਨ ਦੇ ਵਿੱਚ ਚਲਿਆ ਗਿਆ। ਦਿਸ਼ਾ ਦੇ ਵਿੱਚ ਜਾ ਕੇ ਲੁਕ ਕੇ ਬੈਠ ਗਿਆ। ਨੇਰਤ ਮਾਹੀ ਝੰਗਰ ਪਿਆਨਾ। ਜਿਹੜੀ ਨੈਰਤ ਦਿਸ਼ਾ ਹੈ ਦਸ਼ ਦਿਸ਼ਾਵਾਂ 'ਚ ਦੱਖਣ ਪੱਛਮ ਦੀ ਵਾਹੀ, ਉਸ ਦੇ ਵਿੱਚ ਝੰਗਰਨਾਥ ਜਾ ਕੇ ਲੁਕ ਗਿਆ। ਗੌਨ ਗਵਾਲ ਪਹੁੰਚੋ ਈਸ਼ਾਨ। ਜਿਹੜਾ ਗੌਨ ਤੇ ਗਵਾਲ ਦੋਵੇਂ ਸਿੱਧ ਸਨ ਨੇ ਪੂਰਬ ਉੱਤਰ ਦੀ ਦਿਸ਼ਾ ਵਿੱਚ ਜਾ ਕੇ ਇਕਾਂਤ ਹੋ ਗਏ, ਸੂਖਮ ਰੂਪ ਧਾਰ ਲਏ ਹਨ। ਕਿਤਕ ਪਤਾਲ ਦੁਰੇ ਹਵੈ ਜਾਈ। ਨੌ ਨਾਥ 6 ਜਤੀ 84 ਸਿੱਧ, ਇਹ ਜਿਹੜੇ ਸਾਰਿਆਂ ਦੇ ਵਿੱਚ ਕਹਿੰਦੇ ਕਿੰਨੇ ਕੁ ਪਤਾਲ ਦੇ ਵਿੱਚ ਜਾ ਕੇ ਲੁਕ ਗਏ ਮਹਾਰਾਜ ਦੀ ਇਹ ਅਡੰਬਰਾਂ ਕਰਦੇ ਹੋਏ। ਕਿਤਕ ਵਿੱਚ ਆਕਾਸ਼ ਉਡਾਈ। ਕਿੰਨੇ ਕੁ ਆਕਾਸ਼ ਦੇ ਵਿੱਚ ਉੱਡ ਕੇ ਜਾ ਕੇ ਗੁਪਤ ਹੋ ਗਏ ਹਨ। ਦੋਹਰਾ ਗਮਨ ਕੀਨ 10 ਦਿਸ਼ਾ ਮਹਿ ਤਿਨ ਕੀ ਗਤ ਪ੍ਰਭ ਜਾਨ। ਜਦੋਂ ਸਾਰੇ ਉੱਡ ਗਏ, ਸਾਰੇ ਭੱਜ ਗਏ, ਸਾਰੇ ਲੁੱਪ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਨਾ ਕੀਤਾ ਵੀ ਕਿੱਥੇ ਕਿ ਚਲੇ ਜਾਣਗੇ ਲੋਕੇ, ਕਿੱਥੇ ਕਿ ਸਮੁੰਦਰਾਂ 'ਚ ਭੱਜ ਜਾਣਗੇ, ਕਿੱਥੇ ਕਿ ਆਕਾਸ਼ਾਂ ਦੇ ਵਿੱਚ, ਧਰਤੀਆਂ ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਅੰਤਰਜਾਮੀ ਜੀ ਨੇ ਸਾਰਿਆਂ ਨੂੰ ਕੱਢ ਲੈਣਾ ਕੀਤਾ। ਤਬ ਸਰੂਪ ਤੇ ਤਰੇ ਜੇਤੇ ਸਿਧ ਦੁਰਾਨ। ਜਿੱਥੇ ਜਿੱਥੇ ਗਏ ਧਾਰੇ ਸਰੂਪ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਵੈਸੇ ਉਨਾ ਹੀ ਸਰੂਪ ਕਹਿੰਦੇ ਉਸੇ ਵੇਲੇ ਜਿਹੜੇ ਤਾਕਤਵਰ ਧਾਰ ਲਏ।
ਜਾ ਜਾ ਕੇ ਜਿੱਥੇ ਲੋਕੇ ਸਨ ਛੁਪੇ ਸਨ ਕੱਢ ਲੈਣਾ ਕੀਤੇ ਐ। ਚੌਪਈ ਮੰਗਲਨਾਥ ਆਦ ਸੁਭ ਜੇਤੇ। ਮੰਗਲਨਾਥ ਜਿੱਥੇ ਲੁਕਿਆ ਸੀਗਾ, ਭੰਗਰਨਾਥ, ਝੰਗਰਨਾਥ, ਕਨਕ ਕਾਮਨ ਸਾਰਿਆਂ ਨੂੰ ਕੱਢ ਲਿਆਂਦਾ। ਖਾਂਡੇ ਕੋਤਕ ਦੇਖੇ ਤੇਤੇ। ਖੜ ਖੜ ਕੇ ਸਾਰੇ ਸਤਿਗੁਰੂ ਸਾਹਿਬ ਜੀ ਦੀ ਸ਼ਕਤੀ ਨੂੰ ਦੇਖਣ ਲੱਗੇ। ਜਹ ਜੇ ਛਪਨ ਕੀਨ ਤਹਿ ਧਾਏ। ਜਿੱਥੇ ਜਿੱਥੇ ਭੱਜ ਕੇ ਲੋਕੇ ਸਨ ਉੱਥੋਂ ਉੱਥੋਂ ਫੜ ਲਏ ਹਨ। ਮੂਛਨ ਗਈ ਸਭਨ ਕੀ ਜਾਏ। ਕਈਆਂ ਦੀਆਂ ਮੁੱਛਾਂ ਵੱਡੀਆਂ ਵੱਡੀਆਂ ਸੀ, ਮਹਾਰਾਜ ਜੀ ਨੇ ਮੁੱਛਾਂ ਤੋਂ ਫੜ ਫੜ ਕੇ ਕੱਢ ਲਏ ਹਨ। ਜਿੱਥੇ ਜਾ ਜਾ ਕੇ ਲੁਕੇ ਹਨ, ਮੁੱਛਾਂ ਤੋਂ ਫੜ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੈ ਆਉਂਦੇ ਹਨ। ਭੰਗਰ ਲਖਿਓ ਮੋਹੇ ਪਛਾਤ। ਭੰਗਰਨਾਥ ਨੇ ਸਮਝਿਆ ਕਿ ਗੁਰੂ ਜੀ ਮੇਰੇ ਪਿੱਛੇ ਆਏ ਹਨ, ਤੇ ਉਹਨਾਂ ਨੂੰ ਗਾਹਾਂ ਝੰਗਰਨਾਥ ਨੂੰ ਪਤਾ ਲੱਗਾ ਵੀ ਇੱਥੇ ਵੀ ਖੜਾਮ ਲੈ ਕੇ ਖੜੇ ਹੋਏ ਆ, ਸੋਟਾ ਲੈ ਕੇ ਖੜੇ ਹੋਏ ਆ। ਕਹਿੰਦੇ ਜਾ ਜਾ ਕੇ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕੋ ਵਾਰ ਇੱਕੋ ਟਾਈਮ ਤੇ, ਕਹਿੰਦੇ ਇੱਕ ਨੂੰ ਐ ਸੀ ਵੀ ਮੇਰੇ ਕੋਲ ਹੀ ਨੇ, ਦੂਜੇ ਨਹੀਂ ਲੱਭਣੇ ਇਹਨਾਂ ਨੂੰ। ਉਹ ਦੂਜੇ ਨੂੰ ਐ ਸੀ ਮੇਰੇ ਕੋਲ ਹੀ ਨੇ, ਤੀਜਾ ਨਹੀਂ ਲੱਭਣਾ। ਕਹਿੰਦੇ ਮਹਾਰਾਜ ਨੇ ਐਸੇ ਸਰੂਪ ਧਾਰੇ, ਸਾਰਿਆਂ ਨੂੰ ਫੜ ਲਿਆ ਜਾ ਕੇ ਇੱਕੋ ਟਾਈਮ ਤੇ ਇੱਕੋ ਵਕਤ ਤੇ ਸਾਰੇ ਮਹਾਰਾਜ ਜੀ ਨੇ ਕਾਬੂ ਕਰ ਲਏ ਆ। ਸ਼ੰਭੂ ਜਾਣੇ ਮੁਝੇ ਗਹਾਤ। ਸ਼ੰਭੂਨਾਥ, ਭੰਗੂਨਾਥ, ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੜ ਲਏ ਆ। ਕਹਿੰਦਾ ਮੇਰੇ ਪਿੱਛੇ ਆਏ ਆ, ਫੜ ਕੇ ਮਹਾਰਾਜ ਜੀ ਨੇ ਕਮੰਡਲ ਚ ਪਾ ਲਿਆ। ਕਹਿੰਦੇ ਚੱਲ ਉੱਥੇ ਜਿੱਥੋਂ ਆਇਆ ਹੈ। ਚੰਗਰ ਲੰਗਰ ਇਸ ਵਿਦ ਜਾਨੀ। ਝੰਗਰ ਲੰਗਰਨਾਥ ਨੂੰ ਵੀ ਮਹਾਰਾਜ ਜੀ ਨੇ ਮੁੱਛਾਂ ਤੋਂ ਫੜ ਲਿਆ, ਸਿਰ ਤੋਂ ਫੜ ਲਿਆ ਜਾ ਕਰਕੇ। ਮਮ ਟਿਡ ਹੈ, ਮਮ ਟਿਡ ਹੈ ਜਮਾਨੀ। ਉਹਨਾਂ ਨੂੰ ਐਂ ਹੀ ਲੱਗਿਆ ਬਸ ਵੀ ਮੇਰੇ ਕੋਲ ਹੈ ਗੁਰੂ ਨਾਨਕ, ਮੇਰੇ ਕੋਲ ਹੈ। ਕਹਿੰਦੇ ਉਦੋਂ ਹੀ ਪਤਾ ਲੱਗਾ ਜਦੋਂ ਸਾਰੇ 84 ਦੇ 84 ਇਕੱਠੇ ਕਰ ਦਿੱਤੇ ਮਹਾਰਾਜ ਜੀ ਨੇ। ਹੋਤੇ ਸਿੱਧ ਜੇ ਦੁਰਨੇ ਹਾਰੇ। ਜਿਤਨੇ ਵੀ ਸਿੱਧ ਲੁਕੇ ਹੋਏ ਆਕਾਸ਼ਾਂ ਪਤਾਲਾਂ ਦੇ ਵਿੱਚ ਸਨ, ਸਭ ਨੇ ਆਪਣੇ ਨਿਕਟ ਨਿਹਾਰੇ। ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪ ਜੀ ਦੇ ਨੇੜੇ ਦੇਖਿਆ ਤੇ ਸਾਰੇ ਇਕੱਠੇ ਕਰ ਲਏ ਮਹਾਰਾਜ ਨੇ। ਤਨ ਅਨੇਕ ਧਰ ਤਿਨ ਤੇ ਤੂਰਨ। ਅਨੇਕਾਂ ਸਰੀਰ ਧਾਰ ਕੇ ਮਹਾਰਾਜ ਨੇ ਜਿੱਥੇ ਜਿੱਥੇ ਗਏ ਸਨ ਪਕੜ ਲਏ ਆ। ਪਕੜੇ ਜਾਏ ਪ੍ਰਭੂ ਗੁਣ ਪੂਰਨ। ਕਿਉਂਕਿ ਗੁਰੂ ਸਾਹਿਬ ਜੀ ਦੇ ਗੁਣ ਪੂਰਨ ਨੇ। ਉਹਨਾਂ ਦੇ ਮਨ ਦੇ ਵਿੱਚ ਕੋਈ ਈਰਖਾ, ਕੋਈ ਕਸੌਟੀ, ਕੋਈ ਕਿਸੇ ਨਾਲ ਚਰਚਾ ਕਰਕੇ ਹਰਾਉਣ ਦੀ ਇਹ ਭਾਵਨਾ ਥੋੜੀ ਹੈ। ਉਹ ਤਾਂ ਪਾਰ ਬ੍ਰਹਮ ਹੈ। ਤੇ ਇਸ ਤਰ੍ਹਾਂ ਪਾਰ ਬ੍ਰਹਮ ਨੇ ਕਹਿੰਦੇ ਸਾਰਿਆਂ ਹੰਕਾਰੀਆਂ ਨੂੰ ਕਾਬੂ ਕਰ ਲਿਆ। ਦੋਹਰਾ ਮੂਛਨ ਤੇ ਗਹਿ ਕਰ ਸਰਬ ਕੀਨੇ ਇਕ ਥਲ ਸੋਏ। ਇੱਥੇ ਕਹਿੰਦੇ ਭਾਈ ਸਾਰਿਆਂ ਨੂੰ ਮੁੱਛਾਂ ਤੋਂ ਫੜ ਕੇ ਇੱਕ ਥਾਂ ਤੇ ਇਕੱਠੇ ਕਰ ਲਿਆ। ਨਿਰਬਲ ਹੋਵੇ ਤੂੰ ਸਨ ਭਏ ਨਿਸ਼ਟੇ ਲਜਿਤ ਹੋਏ। ਤੇ ਉਹ ਨਿਰਬਲ ਨਿਤਾਣੇ ਹੋ ਕੇ ਚੁੱਪ ਕਰ ਗਏ ਤੇ ਲੱਜਤ ਸ਼ਰਮਿੰਦੇ ਹੋ ਕੇ ਬਹਿ ਗਏ ਹਨ। ਚੌਪਈ ਸ੍ਰੀ ਪ੍ਰਭ ਤਿਨ ਸੋ ਬਚਨ ਅਲਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫੇਰ ਉਹਨਾਂ ਨੂੰ ਆਖਿਆ ਵੀ ਹੁਣ ਸੁਣ ਲੋ ਗਾਹਾਂ ਵਾਸਤੇ ਗੱਲ। ਤਮ ਖੋਜੋ ਮਹਿ ਦੂਰੋ ਜਾਏ। ਮਹਾਰਾਜ ਕਹਿੰਦੇ ਹੁਣ ਤੁਸੀਂ ਮੈਨੂੰ ਖੋਜੋ, ਮੈਂ ਗੁਪਤ ਹੁੰਨਾ। ਹੁਣ ਤੁਸੀਂ ਸਾਰੇ ਆਪਦਾ ਜਿਹੜਾ ਮੈਨੂੰ ਖੋਜਣਾ ਕਰੋ। ਜਿਹਨੇ ਪਾਵੋ ਇਸ ਵਿਦ ਕਰੀਏ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮੈਨੂੰ ਇੱਕ ਥਾਂ ਤੇ ਤੁਸੀਂ ਖੋਜ ਨਾ ਸਕੇ ਤਾਂ ਇਸ ਤਰ੍ਹਾਂ ਕਰਿਓ। ਲੈ ਟਕਾ ਅਰਦਾਸ ਉਤਰੀਏ। ਫੇਰ ਰੁਪਈਆ ਧਰ ਕੇ ਅਰਦਾਸ ਕਰਿਓ ਕੜਾ ਪ੍ਰਸ਼ਾਦ ਕਰਕੇ। ਜਬ ਸਿਰ ਲਾਵੋਗੇ ਧਰ ਨਾਲ। ਜਦੋਂ ਮੱਥਾ ਟੇਕੋਗੇ ਨਾ ਧਰਤੀ ਨਾਲ ਮੱਥਾ ਸਿਰ ਲਾ ਕਰਕੇ। ਦਿਓ ਦਰਸ ਤੁਮਕੋ ਤਤਕਾਲ। ਤਤਕਾਲ ਹੀ ਮਾਰੇ ਕਹਿੰਦੇ ਦਰਸ਼ਨ ਹੋ ਜਾਣਗੇ, ਫਿਰ ਮਿਲ ਪਾਵਾਂਗਾ। ਜੇ ਭਾਲਿਆ ਨਾ ਲੱਭਿਆ ਤਾਂ ਸਾਨੂੰ ਵੀ ਇਹ ਤਗੀਦ ਹੈ ਬਈ 100 ਰੁਪਈਆ ਧਰ ਕੇ ਅਰਦਾਸ ਕਰੋ, ਨਹਾ ਧੋ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਕੇ। ਜਿਹੜਾ ਕਾਰਜ ਨਹੀਂ ਰਾਸ ਹੁੰਦਾ ਜਾਂ ਦਰਸ਼ਨ ਕਰਨੇ ਆ, ਉਹ ਫਿਰ ਜਦੋਂ ਪ੍ਰੇਮ ਭਾਵ ਨਾਲ ਕਰਾਂਗੇ ਫਿਰ ਦਰਸ਼ਨ ਹੋਣਗੇ, ਫਿਰ ਕਾਰਜ ਰਾਸ ਹੋਊਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਹੀਂ ਮਿਲਾਂਗੇ ਤਾਂ ਕੜਾ ਪ੍ਰਸ਼ਾਦ ਦਾ ਟਕਾ ਰੱਖ ਕੇ ਅਰਦਾਸ ਕਰਕੇ ਪ੍ਰੇਮ ਭਾਵਨਾ ਨਾਲ ਬੇਨਤੀ ਕਰਿਓ, ਫਿਰ ਮਿਲ ਜਾਵਾਂਗੇ। ਅਸ ਕਹਿ ਪੰਚ ਤਤ ਕੇ ਮਾਹੀ। ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਦੇਵ ਮਹਾਰਾਜ ਅਲੋਪ ਹੋ ਗਏ ਹਨ। ਦੇਹ ਮਿਲਾਏ ਦੀਨ ਛਿਨ ਤਾਹੀ। ਪੰਜਾਂ ਤੱਤਾਂ 'ਚ ਸੂਖਮ ਦੇਹ ਨੂੰ ਮਿਲਾ ਦਿੱਤਾ। ਅੰਸ਼ ਲੀਨ ਹੋਇਓ ਕਰਤਾਰ। ਕਰਤਾਰ ਦਾ ਅੰਸ਼ ਕਰਤਾਰ ਦੇ ਵਿੱਚ ਲੀਨ ਕਰ ਦਿੱਤਾ। ਜੇ ਸੇਵਕ ਗਤ ਦੇਵਨ ਹਰ। ਜਿਹੜੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਸਤਿਗੁਰੂ ਸਾਹਿਬ ਜੀ ਅਲੋਪ ਹੋ ਗਏ
ਹਨ। ਸਿੱਧ ਲਗੇ ਖੋਜਨ ਸਮੁਦਾਈ। ਸਾਰੇ ਸਿੱਧਾਂ ਨੇ ਮਹਾਰਾਜ ਜੀ ਨੂੰ ਖੋਜਣਾ ਕੀਤਾ। ਦਸੋ ਦਿਸ਼ ਮਹਿ ਗਮਨੇ ਤਾਈ। ਸਾਰੇ ਪਾਸਿਆਂ ਦੇ ਵਿੱਚ ਜਾ ਕੇ ਸ਼ਕਤੀ ਨੂੰ ਚਲਾਇਆ ਕਿ ਮਹਾਰਾਜ ਮਿਲ ਜਾਣ, ਕਿਤੇ ਵੀ ਨਹੀਂ ਮਿਲੇ ਐ। ਬੈਠੇ ਕਿਤ ਕੋ ਪਾਵਹਿ ਨਹੀਂ। ਕਿਤੇ ਵੀ ਕਹਿੰਦੇ ਬਿਖਮ ਥਲਾਂ ਦੇ ਵਿੱਚ ਲੱਭਣਾ ਕੀਤਾ, ਫਿਰੇ ਮਿਲੇ ਨਹੀਂ ਹਨ। ਖੋਜਤ ਫਿਰੇ ਕਠਨ ਥਲ ਮਾਹੀ। ਜੰਗਲਾਂ ਨਦੀਆਂ ਦੇ ਕਿਨਾਰੇ ਤੇ ਵੀ ਖੋਜਿਆ ਸਿੱਧਾਂ ਨੇ। ਕਾਨਨ ਸਰਤਾ ਸਿੱਧ ਪਹਾੜ। ਕਹਿੰਦੇ ਜੰਗਲਾਂ ਦੇ ਵਿੱਚ ਸਰਤਾ ਨਾਮ ਨਦੀਆਂ, ਸਿੰਧ ਨਾਮ ਸਮੁੰਦਰ, ਪਹਾੜਾਂ ਦੇ ਵਿੱਚ ਵੀ ਖੋਜਿਆ। ਬੀਚ ਗੁਫਾ ਜਹ ਬੜੋ ਅੰਧਾਰ। ਗੁਫਾਵਾਂ ਦੇ ਵਿੱਚ ਜਿੱਥੇ ਹਨੇਰਾ ਹੀ ਹਨੇਰਾ ਸੀਗਾ, ਕੰਦਰਾਂ ਪਹਾੜਾਂ ਦੀਆਂ ਹਨੇਰੀਆਂ, ਉੱਥੇ ਵੀ ਨਹੀਂ ਮਿਲੇ ਆ। ਪਰੈ ਸ਼ਰਮਤ ਤਿਨ ਕਹੂ ਨਾ ਪਾਇਓ। ਥੱਕ ਗਏ, ਹੰਭ ਗਏ, ਟੁੱਟ ਗਏ, ਕਿਤੇ ਵੀ ਨਹੀਂ ਮਹਾਰਾਜ ਲੱਭੇ ਆ। ਫਿਰਤਿਓ ਸਭ ਕੋ ਮਨ ਅਕੁਲਾਇਓ। ਫਿਰਦਿਆਂ ਫਿਰਦਿਆਂ ਸਾਰਿਆਂ ਦਾ ਮਨ ਦੁਖੀ ਬੇਅਕਲ ਉਦਾਸ ਹੋ ਗਏ ਹਨ। ਇਕ ਤਲ ਹੋਏ ਅਰਦਾਸ ਅਲਾਈ। ਫਿਰ ਸਾਰੇ ਸਿੱਧਾਂ ਨੇ ਇੱਕ ਥਾਂ ਹੋ ਕੇ ਮਹਾਰਾਜ ਜੀ ਦੇ ਦੱਸੇ ਤਰੀਕੇ ਅਨੁਸਾਰ ਕਹਿੰਦੇ ਪ੍ਰਸ਼ਾਦ ਕੀਤਾ, ਅਰਦਾਸ ਕੀਤੀ, ਟਕਾ ਰੱਖਿਆ ਅੱਗੇ। ਨਮਸਕਾਰ ਹਿਤ ਗਰੀਬ ਨਿਵਾਈ। ਨਮਸਕਾਰ ਦਰਸ਼ਨ ਹਿਤ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ, ਦੱਸੇ ਹੋਏ ਤਜਰਬੇ ਅਨੁਸਾਰ ਤਜਰਬਾ ਕੀਤਾ। ਤਹਿ ਛਿਨ ਪ੍ਰਗਟੇ ਤੁਰਤ ਗੁਸਾਈ। ਤਤ ਸ਼ੈਨੀ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਪ੍ਰਾਪਤ ਹੋ ਗਏ, ਉਸੇ ਵੇਲੇ ਮਿਲ ਗਏ, ਹਾਜ਼ਰ ਹੋ ਗਏ ਹਨ। ਦੇਖ ਸਿੱਧ ਔਰ ਗੇਵ ਬਿਸਮਾਈ। ਦੇਖ ਕੇ ਸਾਰੇ ਸਿੱਧ ਅਚੰਪਤ ਹੈਰਾਨ ਹੋ ਗਏ ਹਨ। ਚਲੇ ਨਾ ਬਲ ਲਜਿਤ ਹੋਏ ਰਹੇ। ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਗਈ, ਸ਼ਰਮਿੰਦੇ ਤੇ ਚੁੱਪ ਹੋ ਗਏ ਹਨ। ਤੂਸ਼ਨ ਭਏ ਨਾ ਕਛ ਬਚ ਕਹੇ। ਚੁੱਪ ਹੋ ਗਏ ਤੇ ਕੋਈ ਬਚਨ ਨਹੀਂ ਸੀ ਉਹਨਾਂ ਨੂੰ ਆ ਰਿਹਾ। ਚਪੇ ਚੋਰ ਜਿਨ ਉਜ ਦਿਖਾਵਨ। ਖਿਜੇ ਹੋਏ ਚੋਰ ਵਾਂਗ ਉਹ ਬਲ ਦਿਖਾਉਣਾ ਚਾਹੁੰਦੇ ਸੀ ਗੁਰੂ ਨਾਨਕ ਦੇਵ ਜੀ ਦੇ ਅੱਗੇ। ਜਿਵੇਂ ਚੋਰ ਪਾੜ ਦੇ ਵਿੱਚ ਫੜਿਆ ਜਾਵੇ, ਖਿਜਿਆ ਹੋਵੇ ਤੇ ਬਲ ਕਰਕੇ ਛੁੱਟ ਕੇ ਭੱਜ ਕੇ ਜਾਣਾ ਚਾਹੁੰਦਾ ਹੋਵੇ, ਤੇ ਦੋ ਜਾਣੇ ਬਾਹਾਂ ਤੋਂ ਫੜ ਲੈਣ, ਦੋ ਜਾਣੇ ਪੈਰਾਂ ਤੋਂ ਭੱਜਣ ਨਾ ਦੇਣ। ਇਸ ਤਰ੍ਹਾਂ ਸਿੱਧ ਜਿਹੜੇ ਸਨ ਆਪਦਾ ਬਲ ਦਿਖਾ ਕੇ ਮਹਾਰਾਜ ਨੂੰ ਹਰਾਉਣਾ ਤਾਂ ਚਾਹੁੰਦੇ ਸੀ, ਪਾੜ 'ਚ ਫੜੇ ਚੋਰ ਵਾਂਗੂ। ਪਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦਾ ਕਰਤੱਵ ਕਹਿੰਦੇ ਚੱਲਿਆ ਨਹੀਂ ਹੈ। ਕਰਿਓ ਚਹਿਤ ਜਿਨ ਕੇ ਉਰਭਾਵ ਨਾ। ਇਹ ਇਸ ਲਈ ਕਰਨਾ ਚਾਹੁੰਦੇ ਸਨ ਕਿਉਂਕਿ ਉਹਨਾਂ ਦੇ ਮਨ ਪ੍ਰੇਮ ਕੋਈ ਗੁਰੂ ਸਾਹਿਬ ਜੀ ਦਾ ਹੈ ਨਹੀਂ ਸੀ, ਇਸ ਕਰਕੇ ਦੁਖੀ ਹੋ ਰਹੇ ਸਨ, ਈਰਖਾ ਕਰ ਰਹੇ ਸਨ। ਪਗ ਨੇ ਪਰ ਹੀ ਗਰਭ ਡੁਬਾਏ। ਤੇ ਇਸ ਤਰ੍ਹਾਂ ਹੰਕਾਰ ਵਿੱਚ ਗਲਤਾਨ ਹੋਣ ਕਰਕੇ ਚਰਨੀ ਵੀ ਨਹੀਂ ਸਨ ਪੈਂਦੇ ਮਹਾਰਾਜ ਸੱਚੇ ਪਾਤਸ਼ਾਹ ਦੇ। ਅੰਦਰੋਂ ਮੱਥਾ ਵੀ ਨਹੀਂ ਸੀ ਟੇਕਦੇ, ਹਟਦੇ ਵੀ ਨਹੀਂ ਸਨ, ਮੰਨਦੇ ਵੀ ਨਹੀਂ ਸਨ, ਦੁਖੀ ਵੀ ਹੁੰਦੇ ਸਨ, ਹਟਦੇ ਵੀ ਨਹੀਂ ਸਨ ਤੇ ਪਛਤਾਉਂਦੇ ਵੀ ਸਨ। ਤੇ ਇਸ ਤਰ੍ਹਾਂ ਸਿੱਧਾਂ ਦਾ ਮਹਾਰਾਜ ਜੀ ਦੇ ਅੱਗੇ ਹਾਲ ਸੀਗਾ। ਮਸਤਾ ਹਿਤ ਕੋ ਹਿਰਦੇ ਵਿਸਰਸਾਏ। ਇਸ ਲਈ ਕ੍ਰੋਧਵਾਨ ਹੋਏ, ਬਰਾਬਰੀ ਕਰਨ ਤੇ ਤੁਲੇ ਹੋਏ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ। ਭੁਜੰਗ ਭਰਿਆ ਚੰਦ ਸਭੇ ਸਿੱਧ ਜੋ ਈਰਖਾ ਕੋ ਕਰੇ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਸਰਵਣ ਕਰਾਂਗੇ, ਬੜੀ ਈਰਖਾ ਮਨ ਦੇ ਵਿੱਚ ਕਰਦੇ ਆ। ਨਹੀਂ ਭਾਓ ਕੈਸੋ ਹਿਰਦੇ ਮੋ ਧਰੇ ਹੈ, ਬੁਝੈ ਨਾ ਬੁਝਾਈ ਬਰੀ ਹੈ ਅਪਾਰਾ, ਤਵੈ ਰੂਪ ਧਾਰੇ ਅਨੇਕੰ ਪ੍ਰਕਾਰਾ। ਬਹੁਤ ਈਰਖਾ ਦੀ ਅੱਗ ਕਹਿੰਦੇ ਸਿੱਧਾਂ ਦੇ ਹਿਰਦੇ ਦੇ ਵਿੱਚ ਬਲੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨੀਵਾਂ ਦਿਖਾਉਣ ਵਾਸਤੇ, ਕਾਬੂ ਕਰਨ ਵਾਸਤੇ, ਆਪਦੇ ਮੱਥ ਪੰਥ ਦਾ ਪ੍ਰਚਾਰ ਅੱਗੇ ਕਰਨ ਵਾਸਤੇ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਕਹਿੰਦੇ ਬੰਨ ਮਾਰ ਦਿੱਤਾ, ਡੈਮ ਬਣਾ ਦਿੱਤਾ। ਐਸਾ ਸਿੱਧਾ ਨਾਥਾਂ ਜੋਗੀਆਂ ਦੇ ਮਤ ਮਤਾਂਤਰ ਤੇ ਸ਼ਕਤੀ ਨੂੰ ਮਹਾਰਾਜ ਨੇ ਬੰਨ ਮਾਰਤਾ, ਡੈਮ ਬਣਾਤਾ। ਬੰਨ ਦੀ ਤਰ੍ਹਾਂ, ਵੱਡੀ ਦੀਵਾਰ ਦੀ ਤਰ੍ਹਾਂ, ਅੱਗੇ ਵੱਡੀ ਚਟਾਨ, ਵੱਡੇ ਪਹਾੜ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਖੜ ਗਏ ਆ। ਤੇ ਜਿਸ ਤੇ ਇਹਨਾਂ ਦਾ ਕੋਈ ਵੀ ਚਾਰਾ ਸੀ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਚੱਲਿਆ ਨਹੀਂ। ਕਈ ਪ੍ਰਕਾਰ ਦੀਆਂ ਸ਼ਕਤੀਆਂ ਦਿਖਾ ਕੇ ਮਹਾਰਾਜ ਜੀ ਤੇ ਗਾਲਬ ਪਾਉਣ ਦਾ ਯਤਨ ਕਰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਾਂਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਇਹਨਾਂ ਨੂੰ ਤਾਰਦੇ ਆ, ਮਾਰਦੇ ਆ, ਉਪਦੇਸ਼ਦੇ ਆ, ਸੁਧਾਰਦੇ ਆ। ਸੋ ਇੱਥੇ ਹੀ ਇਹਨਾਂ ਤਰੁੱਟੀਆਂ ਤੋਂ ਦਾਸ ਖਿਮਾ ਦਾ ਜਾਚਕ ਹੈ। ਇਹਨਾਂ ਪੰਕਤੀਆਂ ਨੂੰ ਉਚਾਰ ਕਰਕੇ ਗੁਰੂ ਸਤੋਤਰ ਪੜ੍ਹੀਏ, ਆਉਣ ਵਾਲੇ ਸਮੇਂ ਦੀ ਉਡੀਕ ਕਰੀਏ। ਸਵੈ ਸਿੱਧ ਜੋ ਈਰਖਾ ਕੋ ਕਰੇ ਹੈ, ਨਹੀਂ ਭਾਓ ਕੈਸੇ ਹਿਰਦੇ ਮੋ ਧਰੇ ਹੈ, ਬੁਝੈ ਨਾ ਬੁਝਾਈ ਬਰੀ ਹੈ ਅਪਾਰਾ, ਤਵੈ ਰੂਪ ਧਾਰੇ ਅਨੇਕੰ ਪ੍ਰਕਾਰਾ। ਭਏ ਸਿੰਘ ਕੋ ਬਘੇਲਾ ਬਨੇ ਹੈ, ਕਿਤੇ ਬੰਨ ਪੱਖੈ ਕੋ ਬੈਨਾ ਪਨੇ ਹੈ,
ਕਿਤੇ ਕੰਧ ਆਰੂਢ ਹੋਏ ਕੈ ਭਗਾਵੈ ਮ੍ਰਿਗਾਨੀ ਲਈ ਕੋ ਆਕਾਛੈ ਚੜਾਵੈ ਪਏ ਪੰਨ ਗੰਗ ਵੇਖ ਦੇਖੈ ਪਿਆਨਾ ਧਰੂਕੇ ਫਰੂਕੈ ਕੇ ਸੂਕੈ ਮਹਾਨਾ ਕਿਨੈ ਤੁੰਡ ਦੇਹੀ ਕਰੀ ਹੈ ਵਿਸ਼ਾਲਾ ਉਡੈ ਕੋ ਆਕਾਸ਼ੰ ਲਈ ਹੱਥ ਜਵਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਬਿਨਾਸ हे पूर्ण हे सर्व मह दुख भंजन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे है तिहोहार हे संतः के सदा संग निधार आधार हे ठाकुर हों दासरो मैं निर्गुण गुण नहीं कोय नानक दीजै नाम दान राखो ही है परोए आए प्रभ शरणागति कृपा निध दयाल एक अखर हर मन बस्त नानक होत निहाल कथा नित प्रति होत है सुनो सो सिंह सो जान नानक गुरु गोविंद सिंह जी सदा करे कल्याण जैसे बन हर पात में पात पात में पात तैसे गुरु नानक की बात में बात बात में बात। वाहिगुरु नाम जहाज है चढ़े सो उतरे पार जो शरदा धर सेवंदे गुर पार उतारन हार खंडा जाके हाथ में कलगी सो है शीस सो हमरी रक्षा करे गुरु कलगी धार जगदीश सो हमरी रक्षा करे गुरु कलगी धार जगदीश। वाहिगुरु जी का खालसा वाहिगुरु जी की फतेह।